ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੀਤਾ ਜਿਉ ਪਿੰਡ ਸਭ ਤੇਰਾ, ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀ ਤੇਹਾ ਹੋ ਕਰੀ ਵਖਿਆਨ। ਜਿਹਾ ਤੂੰ ਕਰਾਹੀ ਤੇਹਾ ਹੋ ਕਰੀ ਵਖਿਆਨ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਟ ਕੁਸਤੀ ਗਾਓ। ਆਗ ਲਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਉ। ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਬ ਹੋ ਸਾਕਤ ਵਾਪਰੇ, ਜੋ ਹਟੈ ਹਟ ਬਿਕਾਏ। ਕਬੀਰ ਸਾਕਤ ਐਸਾ ਹੈ, ਜੈਸੀ ਲਸਨ ਕੀ ਖਾਨ। ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਦਾਨ। ਕਬੀਰ ਮਾਇਆ ਡੋਲਣੀ, ਪਵਨ ਵਹਿ ਅਵਤਾਰ। ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ। ਸੰਤੋ ਮੱਖਣ ਖਾਇਆ, ਛਾਛ ਪੀਐ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਾਂ। ਸਾਲਾਨਾ ਮਹਾਨ ਗੁਰਮਤਿ ਸਮਾਗਮ ਖਾਲਸਾ ਸਾਜਨਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸੰਬੰਧਿਤ ਗੁਰੂ ਬਖਸ਼ਿਸ਼ ਸਦਕਾ, ਜੋ 1 ਅਪ੍ਰੈਲ ਤੋਂ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸੋ ਅੱਜ ਦੇ ਸੰਧਿਆ ਸਮੇਂ ਦੇ ਰਾਤਰੀ ਦੇ ਦੂਸਰੇ ਦੀਵਾਨਾਂ ਦੀ ਗੁਰੂ ਸਾਹਿਬ ਜੀ ਨੇ ਸੋਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਉਪਰੰਤ ਸ਼ਬਦ ਕੀਰਤਨ ਆਪਾਂ ਸਰਵਣ ਕੀਤਾ ਹੈ। ਸੋ ਚੱਲ ਰਹੀ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ, ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚੋਂ ਗੁਰੂ ਬਖਸ਼ਿਸ਼ ਸਦਕਾ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਬਾਹਰਲੀਆਂ ਉਦਾਹਰਨਾਂ ਦੇ ਕੇ ਬਿਲਕੁਲ ਠੇਠ ਪੰਜਾਬੀ ਉਹ ਬੋਲ ਜਿਹੜੇ ਸਾਡੇ ਆਮ ਘਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਵਰਤਨ ਦੇ ਲਈ ਜਾਂ ਜੋ ਵੀ ਆਪਾਂ ਆਪਣੇ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵਰਤਦੇ ਹਾਂ, ਜਾਂ ਜਿਨ੍ਹਾਂ ਚੀਜ਼ਾਂ ਨਾਲ ਸਾਡਾ ਵਾਹ ਪੈਂਦਾ ਹੈ,
ਭਗਤ ਜੀ ਨੇ ਉਹ ਸਾਰੀਆਂ ਬਾਹਰੋਂ ਉਦਾਹਰਨਾਂ ਦੇ ਕੇ ਮਨੁੱਖੀ ਮਨ ਨੂੰ ਅੰਦਰ ਆਉਣ ਦੀ ਗੱਲ ਕੀਤੀ ਹੈ। ਜਿੱਦਾਂ ਆਪਾਂ ਬਚਨ ਪੜ੍ਹਦੇ ਹਾਂ ਬਾਣੀ ਵਿੱਚ 878 ਅੰਗ ਦੇ ਉੱਪਰ ਇਹ ਪਾਵਨ ਬਚਨ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੈ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ, ਨੇਚੋ ਦੇ ਵਡਿਆਈ, ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਬਨਾਸੀ, ਹਉ ਤੁਝ ਕੋ ਬਲਿਹਾਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਕਰਦੇ ਨੇ, ਹਮ ਡੋਲਤ ਬੇੜੀ, ਜਿੱਦਾਂ ਪਾਣੀ ਦੇ ਵਿੱਚ ਸਮੁੰਦਰ ਵਿੱਚ ਬੇੜੀ ਹੈ, ਜੇ ਉਹ ਜਹਾਜ਼ ਉਹ ਬੇੜੀ ਆਰਾਮ ਨਾਲ ਤੁਰਿਆ ਜਾਏ ਤੇ ਜਿੰਨੇ ਵੀ ਉਹਦੇ ਵਿੱਚ ਯਾਤਰੂ ਬੈਠੇ ਨੇ ਜਾਂ ਜਿਹੜਾ ਮਲਾਹ ਚੱਪੂ ਮਾਰ ਰਿਹਾ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਆਪਾਂ ਵੇਖੋ ਜਦੋਂ ਜਹਾਜ਼ ਵਿੱਚ ਵੀ ਸਫ਼ਰ ਕਰਦੇ ਹਾਂ ਤੇ ਥੋੜਾ ਬਹੁਤਾ ਵੀ ਜਦੋਂ ਮੌਸਮ ਖਰਾਬ ਹੁੰਦਾ ਤੇ ਸਾਨੂੰ ਉਹ ਅਨਾਉਂਸਮੈਂਟ ਕਰਦੇ ਨੇ। ਤੇ ਵੇਖੋ ਜਿਹੜੇ ਬੰਦੇ ਪਹਿਲਾਂ ਮੌਜਾਂ ਨਾਲ ਬੈਠੇ ਹੁੰਦੇ ਨੇ, ਨਸ਼ੇ ਦੇ ਵਿੱਚ ਗੁੜਤ ਹੁੰਦੇ ਨੇ, ਗਾਣੇ ਗੂਣੇ ਸੁਣਦੇ ਹੁੰਦੇ ਨੇ, ਤੇ ਜਦੋਂ ਉਹ ਅਨਾਉਂਸਮੈਂਟ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਫਿਰ ਜਿਹੜੇ ਜਿਹੜੇ ਧਰਮ ਦਾ ਬੰਦਾ ਬੈਠਾ ਹੈ ਉਹ ਪਰਮਾਤਮਾ ਨੂੰ ਉਸੇ ਭਾਸ਼ਾ ਦੇ ਵਿੱਚ ਯਾਦ ਕਰਨ ਲੱਗ ਪੈਂਦਾ ਹੈ। ਜੇ ਕੋਈ ਸਿੱਖ ਬੈਠਾ ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ, ਜੇ ਕੋਈ ਮੁਸਲਮਾਨ ਉਹ ਕਹਿੰਦਾ ਯਾ ਅੱਲਾ ਸੁੱਖ ਰੱਖੀ, ਜੇ ਕੋਈ ਹਿੰਦੂ ਵੀਰ ਹੈ ਉਹ ਰਾਮ ਰਾਮ ਕਰਦਾ ਹੈ। ਇਹਦਾ ਮਤਲਬ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਲਿਖੇ ਨੇ ਤੇ ਉਹਨਾਂ ਬਚਨਾਂ ਦੇ ਵਿੱਚ ਕੋਈ ਸ਼ੱਕ ਕੀਤਾ ਨਹੀਂ ਜਾ ਸਕਦਾ। ਉਹਦਾ ਪ੍ਰੈਕਟੀਕਲ ਅਸੀਂ ਆਮਰਾ ਜ਼ਿੰਦਗੀ ਦੇ ਵਿੱਚ ਕਰ ਰਹੇ ਹਾਂ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਲੱਗੈ ਤਾਂ ਰਾਮ ਪੁਕਾਰਾ ਹੀ। ਜਦੋਂ ਦੁੱਖ ਆਉਂਦੇ ਨੇ ਫੇਰ ਹੀ ਪ੍ਰਮਾਤਮਾ ਨੂੰ ਬੰਦਾ ਯਾਦ ਕਰਦਾ ਹੈ। ਗੁਰਬਾਣੀ ਤੇ ਇਹ ਵੀ ਦੱਸ ਰਹੀ ਹੈ ਵੀ ਜਿਹੜੇ ਦੁੱਖ ਨੇ ਨਾ ਇਹ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਸੁਚੇਤ ਕਰਦੇ ਨੇ, ਸਾਵਧਾਨ ਕਰਦੇ ਨੇ। ਉਹ ਗੱਲ ਵੱਖਰੀ ਹੈ ਵੀ ਜਦੋਂ ਸੁੱਖ ਆਉਂਦਾ ਹੈ ਕੋਈ ਸ਼ੁਕਰਾਨਾ ਕਰੇ ਉਹ ਟਾਵੇਂ ਟਾਵੇਂ ਨੇ, ਨਹੀਂ ਤੇ ਜਿਵੇਂ ਜਿਵੇਂ ਸੁੱਖ ਆਉਣਗੇ ਬੰਦੇ ਦੇ ਜੀਵਨ ਵਿੱਚ ਹੰਕਾਰ ਆਏਗਾ, ਹਉਮੈ ਆਏਗੀ, ਸੁੱਖਾਂ ਦੇ ਨੇੜੇ ਜਾਂਦਾ ਰਹੇਗਾ ਤੇ ਜਿਹਨੇ ਸੁੱਖ ਦਿੱਤੇ ਨੇ ਉਹਦੇ ਤੋਂ ਹੌਲੀ ਹੌਲੀ ਦੂਰ ਜਾਂਦਾ ਰਹੇਗਾ, ਉਹਦੇ ਤੋਂ ਦੂਰ ਹੁੰਦਾ ਜਾਊਗਾ। ਜਿੱਥੇ ਮਨ ਕਰਕੇ ਦੂਰ ਹੁੰਦਾ ਹੈ ਉੱਥੇ ਤਨ ਕਰਕੇ ਵੀ ਇਹ ਰੋਜ਼-ਰੋਜ਼ ਦੂਰ ਹੁੰਦਾ ਹੀ ਜਾ ਰਿਹਾ ਹੈ। ਹਮੇਸ਼ਾ ਬੇਨਤੀ ਕਰਦੇ ਆਂ ਵੀ ਜਦੋਂ ਕੋਲੇ ਕੁਝ ਨਹੀਂ ਸੀ ਉਦੋਂ ਇਹ ਪੈਦਲ ਵੀ ਗੁਰੂ ਕੋਲ ਚੱਲ ਕੇ ਆ ਜਾਂਦਾ ਸੀ। ਜਦੋਂ ਗੁਰੂ ਨੇ ਇਹਨੂੰ ਸਾਧਨ ਦੇ ਦਿੱਤੇ ਨੇ ਤੇ ਹੁਣ ਤੇ ਇਹ ਵੀ ਸੋਚਦਾ ਵੀ ਗੁਰਦੁਆਰਾ ਬਹੁਤ ਦੂਰ ਹੈ, ਕਿਹੜਾ 10-15 ਕਿਲੋਮੀਟਰ, ਕਈ ਤੇ ਐਦਾਂ ਵੀ ਹੋ ਸਕਦਾ ਮੇਰੀ ਵਰਗਾ ਕਵੀ ਕਿਹੜਾ ਗੈਸ ਫੂਕੂਗਾ। ਪਰ ਜੇ ਦੇਖਿਆ ਜਾਏ ਦੁਨਿਆਵੀ ਤੌਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਆਪਣਾ ਨਿਕਟਵਰਤੀ ਕੋਈ ਖੁਸ਼ੀ ਦਾ ਕਾਰਜ ਹੈ, ਕੋਈ ਗਮੀ ਦਾ, ਫਿਰ ਆਪਾਂ ਕਦੀ ਮੀਲਾਂ ਦਾ ਹਿਸਾਬ ਨਹੀਂ ਲਾਇਆ, ਕਦੀ ਨਹੀਂ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਹੈ ਨਾ ਜਿਹੜਾ ਇਹ ਮਨੁੱਖ ਨੂੰ ਸੁਚੇਤ ਕਰਦਾ, ਜਾਗਰਤ ਕਰਦਾ। ਰੋਜ਼ ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਦੁੱਖ ਦਾਰੂ ਕਿਵੇਂ ਬਣ ਗਿਆ? ਦੁਖੀ ਹੋਇਆ, ਬਿਮਾਰ ਠਮਾਰ ਹੋਇਆ, ਕੋਈ ਕੰਮ ਕਾਜ ਘਟਿਆ ਤੇ ਉਸੇ ਵਕਤ ਹੀ ਫਿਰ ਗੁਰੂ ਕੋਲ ਅਰਦਾਸ ਕਰਦਾ। ਅਰਦਾਸ ਸੰਬੰਧੀ ਮੈਂ ਬੇਨਤੀ ਕਰਾਂ, ਰੂਹਾਨੀ ਦੁਨੀਆ ਦੇ ਵਿੱਚ ਜਿਹੜੀ ਅਰਦਾਸ ਹੈ ਨਾ ਇੱਕ ਬਹੁਤ ਵੱਡੀ ਸ਼ਕਤੀ ਹੈ ਤੇ ਅਰਦਾਸ ਇਹ 3 ਪ੍ਰਕਾਰ ਦੇ ਵਿੱਚ ਕੀਤੀ ਜਾਂਦੀ ਹੈ। ਇੱਕ ਤੇ ਉਹ ਨੇ ਜਿਨ੍ਹਾਂ ਦੀ ਅਰਦਾਸ ਵਿੱਚ ਮੰਗ ਹੁੰਦੀ ਹੈ, ਉਹਨੇ ਅਰਦਾਸ ਕਰਨੀ ਹੈ ਜਾਂ ਕਰਾਉਣੀ ਹੈ, ਉਹਦੀ ਅਰਦਾਸ ਵਿੱਚ ਮੰਗ ਹੈ। ਮੇਰੇ ਕਹਿਣ ਤੋਂ ਮਤਲਬ ਇਹ ਨਹੀਂ ਵੀ ਆਪਾਂ ਅਰਦਾਸ ਨਹੀਂ ਕਰਨੀ ਜਾਂ ਆਪਾਂ ਅਰਦਾਸ ਨਹੀਂ ਕਰਾਉਣੀ ਜਾਂ ਗੁਰੂ ਤੋਂ ਆਪਾਂ ਨਹੀਂ ਮੰਗਣਾ। ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁਤ ਦੇ। ਸਿੱਖ ਨੇ ਤਾਂ ਜਦੋਂ ਵੀ ਮੰਗਣਾ ਹੈ ਅਰਦਾਸ ਰਾਹੀਂ ਗੁਰੂ ਤੋਂ ਹੀ ਮੰਗਣਾ ਹੈ, ਗੁਰੂ ਅੱਗੇ ਅਰਦਾਸ ਕਰਨੀ ਹੈ। ਇੱਕ ਉਹ ਨੇ ਜਿਨ੍ਹਾਂ ਦੀ ਅਰਦਾਸ ਵਿੱਚ ਮੰਗ ਹੈ ਕਿ ਮਹਾਰਾਜ ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਆਹ ਮਿਲਣਾ ਚਾਹੀਦਾ ਹੈ। ਵੈਸੇ ਅਰਦਾਸ ਦੇ ਅਰਥ ਬੇਨਤੀ ਨੇ, ਬੇਨਤੀ ਦੇ ਅਰਥ ਹੀ ਅਰਦਾਸ ਨੇ। ਅਰਦਾਸ ਵਿੱਚ ਕਦੇ ਵੀ ਸ਼ਰਤ ਨਹੀਂ ਰੱਖਣੀ, ਸ਼ਰਤਾਂ ਨਹੀਂ ਲਾਉਣੀਆਂ ਗੁਰੂ ਨਾਲ ਵੀ ਮੈਨੂੰ ਇਹ ਮਿਲਣਾ ਹੀ ਚਾਹੀਦਾ ਹੈ।
ਤੋ ਸਤਿਗੁਰੂ ਜੀ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਦੀ ਅਰਦਾਸ ਵਿੱਚ ਮੰਗ ਹੈ, ਇੱਕ ਉਹ ਨੇ ਜਿਨ੍ਹਾਂ ਦਾ ਅਰਦਾਸ ਵਿੱਚ ਸਿਰਫ ਧੰਨਵਾਦ ਹੀ ਹੈ। ਪਰਮਾਤਮਾ ਦਾ ਧੰਨਵਾਦ ਹੀ ਕਰਨਾ ਹੈ, ਸ਼ੁਕਰਾਨਾ ਹੀ ਕਰਨਾ ਹੈ। ਇਹ ਨਹੀਂ ਕਹਿਣਾ ਕਿ ਮੈਨੂੰ ਕੁਝ ਨਹੀਂ ਦਿੱਤਾ। ਜਿਹੜੀ ਜ਼ਬਾਨ ਦੇ ਨਾਲ ਤੂੰ ਕਹਿ ਰਿਹਾ ਨਾ ਕੁਝ ਨਹੀਂ ਦਿੱਤਾ, ਉਹ ਵੀ ਗੁਰੂ ਨੇ ਦਿੱਤੀ ਹੈ। ਜਿਹੜੇ ਪੈਰਾਂ ਨਾਲ ਚੱਲ ਕੇ ਤੂੰ ਗੁਰੂ ਕੋਲ ਆ ਗਏ ਆ, ਉਹ ਵੀ ਪਰਮਾਤਮਾ ਨੇ ਸਲਾਮਤ ਦਿੱਤੇ ਨੇ। ਜਿਨ੍ਹਾਂ ਅੱਖਾਂ ਦੇ ਨਾਲ ਤੂੰ ਗੁਰੂ ਦੇ ਦਰਸ਼ਨ ਕਰ ਰਹੇ। ਮੁੱਕਦੀ ਗੱਲ, ਜਿਹੜੇ 10 ਇੰਦਰੇ ਵਾਹਿਗੁਰੂ ਨੇ ਦਿੱਤੇ ਨੇ, 5 ਤੱਤਾਂ ਦਾ ਸਰੀਰ ਹੈ, ਇਹ ਸਭ ਕੁਝ ਵਾਹਿਗੁਰੂ ਨੇ ਦਿੱਤਾ ਹੈ। ਫਿਰ ਤੂੰ ਇਹ ਕਿਹੜੇ ਮੂੰਹ ਨਾਲ ਕਹਿਣਾ ਕਿ ਮੈਨੂੰ ਪਰਮਾਤਮਾ ਨੇ ਕੁਝ ਨਹੀਂ ਦਿੱਤਾ। ਸਭ ਤੋਂ ਵੱਡੀ ਪ੍ਰਾਪਰਟੀ ਜਾਂ ਸਭ ਤੋਂ ਵੱਡੀ ਇੰਜ ਕਹਿ ਲਓ ਬਖਸ਼ਿਸ਼ ਕੀ ਹੈ? ਤੰਦਰੁਸਤੀ। ਸਰੀਰ ਪੱਖੋਂ, ਸਿਹਤ ਪੱਖੋਂ ਬੰਦਾ ਠੀਕ ਹੈ, ਚੜ੍ਹਦੀ ਕਲਾ ਵਿੱਚ ਹੈ। ਅਰਦਾਸ ਵਿੱਚ ਜਿਹੜੇ ਇਹ ਲਫ਼ਜ਼ ਐਡ ਕੋਈ ਐਵੇਂ ਨਹੀਂ ਕੀਤੇ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਪਿੰਡਾਂ 'ਚੋਂ ਆਪਾਂ ਆਏ ਹਾਂ ਤੇ ਇਹ ਬਜ਼ੁਰਗਾਂ ਨੂੰ ਪਤਾ ਹੈ, ਇੱਥੋਂ ਵਾਲੇ ਬੱਚਿਆਂ ਨੂੰ ਘੱਟ ਪਤਾ ਹੈ। ਜਦੋਂ ਘਰੋਂ ਆਪਾਂ ਨਿਕਲਦੇ, ਜੇ ਪਿੰਡ ਦਾ ਲੰਬਰਦਾਰ ਮੱਥੇ ਲੱਗ ਜਾਂਦਾ ਤੇ ਭਲਾ ਕੀ ਕਹਿੰਦੇ ਸੀ? ਲੰਬਰਦਾਰ ਕਿੱਥੋਂ ਮੱਥੇ ਲੱਗ ਗਿਆ। ਹੁਣ ਕੋਈ ਲੰਬਰਦਾਰ ਨਾ ਵਿੱਚ ਬੈਠਾ ਹੋਵੇ, ਆਖੋ ਸਤਨਾਮ। ਉਹ ਕਹਿੰਦੇ ਲੰਬਰਦਾਰ ਕਿੱਥੋਂ ਮੱਥੇ ਲੱਗ ਗਿਆ। ਕਿਉਂ ਕਹਿੰਦੇ? ਉਹ ਕਹਿੰਦੇ ਸਨ ਵੀ ਲੰਬਰਦਾਰ ਮੱਥੇ ਲੱਗਾ ਬਹੁਤ ਮਾੜਾ ਹੈ। ਪਰ ਹੁਣ ਚੁਣਿਆ ਤਾਂ ਆਪ ਹੀ ਹੈ ਨਾ, ਪਿੰਡ ਨੇ ਬਣਾਇਆ। ਉਹਦੇ ਪਿੱਛੇ ਇੱਕ ਵਹਿਮ ਕੀ ਪਾਲ ਦਿੱਤਾ? ਲੰਬਰਦਾਰ ਉਹ ਮਾਮਲਾ ਉਗਰਾਉਂਦਾ ਸੀ ਵੀ ਮਾਮਲਾ ਭਰੋ ਭਾਈ ਹੁਣ ਤੁਸੀਂ ਆ ਕੇ। ਹੁਣ ਤੇ ਸਾਰਾ ਇੰਟਰਨੈਟ ਦੇ ਰਾਹੀਂ ਸਭ ਕੁਝ ਹੋ ਗਿਆ। ਉਹ ਤਾਂ ਕਹਿੰਦੇ ਸਨ ਵੀ ਇਹ ਕਿੱਥੋਂ ਮੱਥੇ ਲੱਗ ਗਿਆ, ਕਿਉਂਕਿ ਜਦੋਂ ਉਹ ਮਿਲ ਗਿਆ ਤੇ ਉਹਨੇ ਪੈਸੇ ਯਾਦ ਕਰਾ ਦਿੱਤੇ ਕਿ ਭਾਈ ਤੂੰ ਮਾਮਲਾ ਨਹੀਂ ਭਰਿਆ, ਪਾਣੀ ਦੀ ਵਾਰੀ ਤੂੰ ਹਫ਼ਤੇ 'ਚ 2 ਵਾਰੀ ਭਾਲਦਾ ਹੈ। ਤੇ ਉਸ ਚੀਜ਼ ਨੂੰ ਇੱਕ ਵਹਿਮ ਭਰਮ ਦੇ ਨਾਲ ਜੋੜ ਦਿੱਤਾ ਗਿਆ। ਜਿਹੜੀ ਆਪਾਂ ਬੇਨਤੀ ਕਰਨ ਲੱਗੇ ਹਾਂ, ਇੱਕ ਉਹ ਨੇ ਜਿਹੜੇ ਅਰਦਾਸ ਵਿੱਚ ਗੁਰੂ ਤੋਂ ਮੰਗਦੇ ਨੇ, ਤੇ ਇੱਕ ਉਹ ਨੇ ਜਿਹੜੇ ਅਰਦਾਸ ਵਿੱਚ ਸਿਰਫ ਗੁਰੂ ਦਾ ਧੰਨਵਾਦ ਹੀ ਕਰਦੇ ਨੇ। ਤੇ ਅਰਦਾਸ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਲਈ ਅਰਦਾਸ ਵਿੱਚ ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਭਾਵ ਉਹਨਾਂ ਦੇ ਨਾਲ ਮੇਲ ਕਰਾਈ, ਉਹਨਾਂ ਦੀ ਸ਼ਸ਼ੋਭਤ ਹੋਵੇ, ਉਹਨਾਂ ਦੀ ਸੰਗਤ ਮਿਲੇ, ਉਹਨਾਂ ਦੇ ਨਾਲ ਸਾਡਾ ਬੈਠਣਾ ਉੱਠਣਾ ਹੋਵੇ ਵੀ ਜਦੋਂ ਉਹਨਾਂ ਨੂੰ ਮਿਲੀਏ ਤੇ ਉਹ ਰੱਬ ਦੀ ਹੀ ਗੱਲ ਕਰਨ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹਦਾ ਮਤਲਬ ਵੀ ਉਹਨਾਂ ਦੀ ਸੰਗਤ ਨਾ ਕਰਾਈ, ਉਹਨਾਂ ਦਾ ਮੇਲ ਨਾ ਕਰਾਈ ਜਿਹੜੇ ਇਉਂ ਕਹਿ ਲੋ ਵੀ ਉਹ ਆਪਣੇ ਬਾਰੇ ਵੀ ਤੇ ਜਾਂ ਦੂਜੇ ਬਾਰੇ ਵੀ, ਆਪਣੇ ਬਾਰੇ ਉਹ ਗੱਲ ਵਧਾ ਕੇ ਬਿਆਨ ਕਰਨ ਤੇ ਦੂਜੇ ਬਾਰੇ ਉਹ ਘਟਾ ਕੇ ਬਿਆਨ ਕਰਨ। ਕਿਉਂਕਿ ਸਾਨੂੰ ਅਰਦਾਸ ਵਿੱਚੋਂ ਸਿੱਖਣ ਨੂੰ ਮਿਲ ਰਿਹਾ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ, ਗੱਲ ਸਾਰੀ ਹੀ ਆ ਕੇ ਨਾਮ ਤੇ ਸੰਪੂਰਨ ਹੁੰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ। ਜੇ ਤੇਰੇ ਜੀਵਨ ਵਿੱਚ ਨਾਮ ਆ ਗਿਆ ਤਾਂ ਤੇਰੀ ਚੜ੍ਹਦੀ ਕਲਾ ਹੈ। ਆ ਤੁਸੀਂ ਵੇਖਿਆ ਖਬਰਾਂ ਵਿੱਚ, ਹੁਣ ਮੈਨੂੰ ਚਲੋ ਗੱਲ ਚੇਤੇ ਆ ਗਈ, ਉਹ ਹਿੰਦੀ ਖਬਰਾਂ ਵਾਲੇ ਉਹ ਕਿਤੇ ਅੰਮ੍ਰਿਤਪਾਲ ਸਿੰਘ ਕਹਿੰਦਾ ਵੀ ਸੰਗਤੇ ਤੁਸੀਂ ਫਿਕਰ ਨਾ ਕਰੋ ਮੈਂ ਚੜ੍ਹਦੀ ਕਲਾ ਵਿੱਚ ਹਾਂ। ਉਹ ਖਬਰਾਂ ਵਿੱਚ ਦੇਣ ਲੱਗੇ, ਕਹਿੰਦੇ ਅੰਮ੍ਰਿਤਪਾਲ ਸਿੰਘ ਉੱਤਰਾਖੰਡ में किसी ਚੜ੍ਹਦੀ ਕਲਾ गांव में छुपा हुआ है। ਨੇ ਦੱਸੋ, ਕਹਿੰਦੇ ਚੜ੍ਹਦੀ ਕਲਾ ਪਿੰਡ ਦੇ ਵਿੱਚ ਲੁਕਿਆ ਹੋਇਆ ਹੈ। ਹੁਣ ਉਹਨਾਂ ਨੂੰ ਇਹ ਹੀ ਨਹੀਂ ਪਤਾ, ਤੇ ਫਿਰ ਤੁਹਾਨੂੰ ਪਤਾ ਹੈ ਵੀ ਉਹ ਸਾਡੀਆਂ ਖਬਰਾਂ ਸਹੀ ਦੇਣਗੇ, ਉਹ ਸਾਡੀ ਵਡਿਆਈ ਕਰਨਗੇ। ਜਿਨ੍ਹਾਂ ਨੂੰ ਚੜ੍ਹਦੀ ਕਲਾ ਦਾ ਨਹੀਂ ਪਤਾ ਤੇ ਉਹ ਪਿੰਡ ਨੂੰ ਹੀ ਚੜ੍ਹਦੀ ਕਲਾ ਸਮਝੀ ਜਾਂਦੇ ਨੇ। ਹੁਣ ਕਈ ਤੇ ਅਖਬਾਰ ਦਾ ਨਾਮ ਵੀ ਚੜ੍ਹਦੀ ਕਲਾ ਰੱਖਿਆ ਹੋਇਆ, ਕਹਿੰਦੇ ਚੜ੍ਹਦੀ ਕਲਾ ਅਖਬਾਰ ਪੜ੍ਹੋ ਤੇ ਚੜ੍ਹਦੀ ਕਲਾ 'ਚ ਰਹੋਗੇ। ਕਦੀ ਅਖਬਾਰ ਪੜ੍ਹਨ ਨਾਲ ਚੜ੍ਹਦੀ ਕਲਾ ਜਾਂਦਾ ਬੰਦਾ, ਪਰ ਚੜ੍ਹਦੀ ਕਲਾ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ। ਜੇ ਜੀਵਨ ਵਿੱਚ ਨਾਮ ਹੈ ਤਾਂ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਦੇ ਅਰਥ ਹੁੰਦੇ ਨੇ ਖੁਸ਼ੀ, ਕੋਈ ਗਮ ਨਹੀਂ। ਤੇਰੇ ਭਾਣੇ ਜਦੋਂ ਗੁਰੂ ਦੇ ਹੁਕਮ ਵਿੱਚ ਰਵਾਂਗੇ, ਗੁਰੂ ਦਾ ਹੁਕਮ ਮੰਨਾਂਗੇ ਤਾਂ ਫਿਰ ਸਾਰਿਆਂ ਦਾ ਭਲਾ ਮੰਗਾਂਗੇ। ਅਰਦਾਸ ਬਹੁਤ ਮਹੱਤਵਪੂਰਨ ਹੈ। ਬੇਨਤੀ ਕਰ ਰਹੇ ਸਾਂ, ਇੱਕ ਤੇ ਉਹ ਨੇ ਜਿਨ੍ਹਾਂ ਦੀ ਅਰਦਾਸ ਵਿੱਚ ਮੰਗ ਹੁੰਦੀ ਹੈ, ਇੱਕ ਉਹ ਨੇ ਜਿਹੜੇ ਅਰਦਾਸ ਵਿੱਚ ਪਰਮਾਤਮਾ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਤੇ ਤੀਜੇ ਉਹ ਨੇ ਜਿਹੜੇ ਅਰਦਾਸ ਕਰਦੇ ਨੇ, ਜਿਹੜੇ ਕਹਿੰਦੇ ਹੇ ਮਾਲਕ ਤੂੰ ਕਿਰਪਾ ਕਰੀ, ਮੇਰਾ ਆਤਮਿਕ ਜੀਵਨ ਜਿਹੜਾ ਉਹ ਬਹੁਤ ਉੱਚਾ ਹੋਵੇ, ਤੂੰ ਰਹਿਮਤ ਕਰੀ, ਤੂੰ ਬਖਸ਼ਿਸ਼ਾਂ ਕਰੀ।
ਆਪਾਂ ਬੇਨਤੀ ਕਰ ਰਹੇ ਸਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਲਏ ਨੇ, ਹਮ ਡੋਲਤ ਬੇੜੀ ਪਾਪ ਭਰੀ ਹੈ। ਉਸੇ ਵਿਸ਼ੇ ਤੇ ਆਈਏ। ਹਮ ਡੋਲਤ ਬੇੜੀ, ਬੇੜੀ ਕੀ ਹੈ? ਬਾਹਰਲੀ ਉਦਾਹਰਨ, ਬਾਹਰੋਂ ਬੇੜੀ ਡੋਲਦੀ ਹੋਵੇ, ਹਵਾ ਤੂਫਾਨ ਚੱਲੇ ਤਾਂ ਮਲਾਹ ਵੀ ਕੰਬਦਾ ਤੇ ਜਿਹੜੇ ਯਾਤਰੂ ਬੈਠੇ ਨੇ ਉਹ ਵੀ, ਕਿਉਂਕਿ ਡੋਲ ਰਹੀ ਹੈ। ਇੱਥੇ ਗੱਲ ਬੇੜੀ ਦੀ ਨਹੀਂ, ਇੱਥੇ ਗੱਲ ਮਨੁੱਖ ਦੀ ਹੋ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਆ ਜਿਹੜਾ ਜੀਵਨ ਹੈ ਨਾ, ਇਹ ਮਨੁੱਖਾ ਜੀਵਨ ਇੱਕ ਬੇੜੀ ਦੀ ਤਰ੍ਹਾਂ ਹੈ। ਸੰਸਾਰ ਹੈ ਜਿਹੜਾ ਇੱਕ ਸਾਗਰ ਹੈ, ਤੇ ਇਹ ਸੰਸਾਰ ਰੂਪ ਸਾਗਰ ਦੇ ਵਿੱਚ ਮਾਇਆ ਦੀਆਂ, ਪਦਾਰਥਾਂ ਦੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਇਹ ਝੱਖੜ ਝੁੱਲ ਰਹੇ ਨੇ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ। ਪਵਨ ਦੇ ਅਰਥ ਕੀ ਨੇ? ਵਿਕਾਰਾਂ ਦਾ। ਪਵਨ ਦੇ ਅਰਥ ਹਵਾ ਹੁੰਦੇ ਨੇ। ਵਿਕਾਰਾਂ ਦਾ, ਹਵਾ ਦਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਝੱਖੜ ਝੁੱਲ ਰਹੇ ਨੇ। ਪਵਨ ਲੱਗੈ ਮਤ ਜਾਈ। ਮਤ ਦੇ ਅਰਥ ਨੇ ਮਤਾਂ। ਹੇ ਪ੍ਰਮਾਤਮਾ, ਮੇਰੀ ਜੀਵਨ ਰੂਪ ਬੇੜੀ ਕਿਤੇ ਇਹਨਾਂ ਵਿਸ਼ੇ ਵਿਕਾਰਾਂ ਦੇ ਝੱਖੜ ਦੇ ਕਾਰਨ ਕਿਤੇ ਡੋਬੀ ਨਾ ਜਾਵੇ, ਤੁਸੀਂ ਕਿਰਪਾ ਕਰੋ। ਸਨਮੁਖ ਸਿੱਧ, ਅਗਲੀਆਂ ਪੰਕਤੀਆਂ, ਸਨਮੁਖ ਦੇ ਅਰਥ ਹੁੰਦੇ ਨੇ ਸਾਹਮਣੇ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਤਨ ਮਨ ਨਿਹਾਲ ਕਦੋਂ ਹੋਵੇਗਾ? ਜਦੋਂ ਗੁਰੂ ਨੂੰ ਸਾਹਮਣੇ ਦੇਖਾਂਗੇ। ਸਾਹਮਣੇ ਹੁਣ ਆਪਾਂ ਗੁਰੂ ਨੂੰ ਰੋਜ਼ ਦਰਸ਼ਨ ਕਰਦੇ ਹਾਂ। ਸਾਹਮਣੇ ਦੇਖਣ ਤੋਂ ਮੁਰਾਦ ਹੈ ਤੇਰਾ ਤਨ ਤੇ ਮਨ ਉਦੋਂ ਨਿਹਾਲ ਹੋਏਗਾ ਜਦੋਂ ਤੂੰ ਗੁਰੂ ਨੂੰ ਸਮਝ ਲਏਗਾ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਅਗਲੇ ਬਚਨ ਨੇ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ। ਸਨਮੁਖ ਸਿੱਧ ਭੇਟਣ ਕੋ ਆਏ, ਨੇਚੋ ਦੇ ਵਡਿਆਈ। ਨੇਚੋ ਦੇ ਅਰਥ ਨੇ ਅਤੀ ਜ਼ਰੂਰੀ। ਸਨਮੁਖ ਸਿੱਧ, ਸਿੱਧ ਦੇ ਅਰਥ ਨੇ ਪ੍ਰਮਾਤਮਾ। ਸਨਮੁਖ ਸਿੱਧ ਭੇਟਣ ਕੋ ਆਏ। ਹੈ ਪ੍ਰਮਾਤਮਾ ਵਾਹਿਗੁਰੂ, ਤੁਹਾਨੂੰ ਅਸੀਂ ਮਿਲਣ ਆਏ ਹਾਂ। ਮਿਲਣ ਤੋਂ ਮੁਰਾਦ ਤੁਹਾਨੂੰ ਸਮਝਣ ਆਏ ਹਾਂ। ਤੇ ਗੁਰੂ ਨੂੰ ਸਮਝ ਵੀ ਤਾਂ ਸਕਦੇ ਹਾਂ ਜੇ ਗੁਰੂ ਅੱਗੇ ਅਰਦਾਸ ਕਰਾਂਗੇ। ਤੇ ਜਪ ਬਾਣੀ ਦੇ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ, ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਕਦੀ ਨਾ ਭੁੱਲੇ ਜਿਹੜੀ ਸਾਰੀ ਕਾਇਨਾਤ ਦਾ ਮਾਲਕ ਹੈ, ਜਿਹੜਾ ਪ੍ਰਮਾਤਮਾ ਵਾਹਿਗੁਰੂ ਹੈ। ਸਨਮੁਖ ਸਿੱਧ ਭੇਟਣ ਕੋ ਆਏ, ਨੇਚੋ ਦੇ ਵਡਿਆਈ। ਹੇ ਪ੍ਰਮਾਤਮਾ, ਤੁਹਾਨੂੰ ਮਿਲਣ, ਤੁਹਾਨੂੰ ਸਮਝਣ ਆਏ ਆ। ਤੇ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਇਹੀ ਹੈ ਕਿ ਨੇਚੋ ਦੇ ਵਡਿਆਈ। ਹਮੇਸ਼ਾ ਜੀਵਨ ਦੇ ਵਿੱਚ ਉਹ ਮਾਣ, ਉਹ ਅਦਬ ਸਤਿਕਾਰ ਜਿਸ ਸਦਕਾ ਮੇਰੇ ਜੀਵਨ ਦੇ ਵਿੱਚ ਕਦੀ ਊਣਤਾਈ ਨਾ ਆਵੇ ਤੇ ਮੈਂ ਤੁਹਾਨੂੰ ਸਮਝ ਜਾਵਾਂ। ਅਰਦਾਸ ਤੋਂ ਮੁਰਾਦ ਕਹਿੰਦੇ ਇੱਕ ਨਗਰ ਦੇ ਵਿੱਚ ਨਾ ਬੜੇ ਲੰਮੇ ਸਮੇਂ ਤੋਂ ਬਾਰਿਸ਼ ਨਾ ਪਈ, ਕਿਉਂਕਿ ਆਰੰਭ ਵਿੱਚ ਆਪਾਂ ਅਰਜ਼ ਕੀਤੀ ਹੈ ਵੀ ਜਦੋਂ ਮਨੁੱਖ ਦੇ ਉੱਪਰ ਕੋਈ ਕਿਸੇ ਪ੍ਰਕਾਰ ਦੀ ਮੁਸੀਬਤ ਪਵੇ, ਕੋਈ ਔੜ ਲੱਗ ਜੇ, ਔੜ ਸਮਝਦੇ ਹੋ ਆਪ, ਬਾਰਿਸ਼ ਨਾ ਹੋਵੇ, ਮੀਂਹ ਪਵੇ ਹੀ ਨਾ ਬਿਲਕੁਲ, ਤਾਂ ਫਿਰ ਉਸ ਸਮੇਂ ਲੋਕ ਇਕੱਠੇ ਹੋ ਕੇ ਪਿੰਡਾਂ 'ਚੋਂ ਆਇਆਂ ਕੋਈ ਜੱਗ ਕਰਦਾ ਸੀ। ਸਾਰੇ ਇਕੱਠੇ ਹੋ ਕੇ ਵੀ ਪਿੰਡੋਂ ਬਾਹਰ ਜਾ ਕੇ ਚਲੋ ਜੱਗ ਕਰੀਏ, ਪ੍ਰਮਾਤਮਾ ਮੀਂਹ ਪਾ ਦੇਵੇ। ਕੋਈ ਕਹਿੰਦਾ ਸੀ ਇੰਦਰ ਦੇਵਤਾ ਖੁਸ਼ ਹੋ ਜਾਵੇ ਤੇ ਬਾਰਿਸ਼ ਪੈ ਜੇ। ਪਰ ਗੁਰਬਾਣੀ ਇੰਦਰ ਨੂੰ ਨਹੀਂ ਮੰਨਦੀ। ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ, ਕਿਉਂਕਿ ਗੁਰਬਾਣੀ ਨੇ ਇੰਦਰ ਦੇ ਬਾਰੇ ਗੱਲ ਸਪਸ਼ਟ ਕਰ ਦਿੱਤੀ ਹੈ, ਬੜੇ ਸਪਸ਼ਟ ਰੂਪਾਂ ਵਿੱਚ ਇੰਨਾ ਕੁ ਕਲੀਅਰ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਨੇ। ਕਹਿੰਦੇ ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿੰਨੀ ਸਪਸ਼ਟ ਗੱਲ ਕੀਤੀ ਹੈ। ਅਰਥ ਤੁਹਾਨੂੰ ਦੱਸਣ ਦੀ ਲੋੜ ਨਹੀਂ, ਆਪਣੇ ਆਪ ਹੀ ਸਮਝ ਪੈ ਗਏ। ਜਿਹਨੂੰ ਲੋਕ ਇੰਦਰ ਨੂੰ ਦੇਵਤਾ ਮਹਾਰਾਜ ਭਗਵਾਨ ਕਰਕੇ ਪੂਜਦੇ ਸਨ, ਪਰ ਉਹ ਜੀਵਨ ਪੱਖੋਂ, ਕਰੈਕਟਰ ਪੱਖੋਂ ਬਿਲਕੁਲ ਉਹ ਡਿੱਗਿਆ ਹੋਇਆ ਸੀ। ਗੁਰਬਾਣੀ ਕਹਿ ਰਹੀ ਹੈ ਗੌਤਮ ਨਾਰ ਅਹਲਿਆ ਇਸਤਰੀ। ਗੌਤਮ ਇੱਕ ਰਿਸ਼ੀ ਸੀ, ਭਜਨ ਬੰਦਗੀ ਕਰਨ ਵਾਲਾ ਸੀ, ਪਰ ਜਿਹੜੇ ਇੰਦਰ ਨੂੰ ਰੱਬ ਰੱਬ ਕਰਕੇ ਪੂਜਦੇ ਸਨ, ਇਹ ਦਰਅਸਲ ਬਾਹਰੋਂ ਹੀ ਰੱਬ ਤੇ ਬਾਹਰੋਂ ਹੀ ਭਗਤ ਬਣਿਆ ਸੀ। ਪਰ ਕਹਿੰਦੇ ਉਹ ਬੰਦਗੀ ਵਾਲੇ ਦੇ ਘਰ ਪਹੁੰਚਿਆ ਤੇ ਇਹਨੇ ਜ਼ੁਲਮ ਦੀ ਅੰਤਿਆ ਕਰ ਦਿੱਤੀ। ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਕਹਿੰਦੇ ਲੁਭਾਏ ਮਾਨ ਹੋ ਗਿਆ, ਪਰ ਉਹਦੀ ਸਜ਼ਾ ਵੀ ਇਹਨੂੰ ਭੁਗਤਣੀ ਪਈ।
ਇਹਦੇ ਤਨ ਤੇ ਸਰੀਰ ਦੇ ਉੱਪਰ ਕੋੜ ਚੱਲ ਗਿਆ, ਕਿਉਂਕਿ ਬਾਣੀ ਕਹਿੰਦੇ ਵੀ ਜਿੱਦਾਂ ਦੇ ਤੁਸੀਂ ਕਰਮ ਕਰੋਗੇ ਤੁਹਾਨੂੰ ਉਹਦੀ ਸਜ਼ਾ ਅਵਸ਼ ਮਿਲੇਗੀ। ਆਪਾਂ ਜਿਹੜੀ ਬੇਨਤੀ ਕਰਨ ਲੱਗੇ ਆ, ਕਿੰਨੇ ਮਹਾਨ ਬਚਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਇੰਦਰ ਵਾਲਾ ਲਫ਼ਜ਼ ਆਇਆ ਸੀ। ਮੀਂਹ ਕੋਈ ਇੰਦਰ ਉਂਦਰ ਨਹੀਂ ਪਾਉਂਦਾ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਰਮੇਸ਼ਰ ਨੇ ਪਾਉਣਾ, ਇੰਦਰ ਦੇ ਹੱਥ ਵਿੱਚ ਕੋਈ ਟੂਟੀ ਜਾਂ ਬਟਨ ਨਹੀਂ ਫੜਿਆ ਹੋਇਆ। ਲੋਕ ਇੰਦਰ ਨੂੰ ਮਹਾਨਤਾ ਦਿੰਦੇ ਸਨ। ਬੇਨਤੀ ਕਰ ਰਹੇ ਵੀ ਜਦੋਂ ਬਾਰਿਸ਼ ਨਾ ਪੈਣੀ, ਜਦੋਂ ਔੜ ਲੱਗਣੀ, ਲੋਕਾਂ ਨੇ ਜਪ ਤਪ ਜਾਂ ਇੰਜ ਕਹਿ ਲਓ ਵੀ ਯੱਗ ਕਰਨੇ, ਦਾਨ ਪੁੰਨ ਕਰਨਾ। ਤੋ ਨਗਰ ਦੇ ਵਿੱਚ ਐਸਾ ਹੀ ਹੋਇਆ। ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਬਾਹਰ ਪਿੜਾਂ ਦੇ ਵਿੱਚ ਜਾ ਕੇ ਬੈਠੇ। ਕੋਈ ਚੌਲ ਦੇ ਕੜਾਹੇ ਕੱਢਣ ਲੱਗ ਪਿਆ, ਕੋਈ ਕੁਝ ਕੋਈ ਕੁਝ। ਕਿਸੇ ਨੇ ਆਖਿਆ ਤੁਸੀਂ ਉਸ ਮਾਲਕ ਅੱਗੇ ਅਰਦਾਸ ਕਰੋ ਤੇ ਮੀਂਹ ਪਏਗਾ। ਹੁਣ ਪਿੰਡੋਂ ਉੱਠ ਕੇ ਲੋਕ ਹੋਰ ਵੀ ਆ ਗਏ। ਸਾਰੇ ਜਦੋਂ ਜਾ ਕੇ ਉਸ ਬਾਹਰਲੀ ਦਿਸ਼ਾ ਵੱਲ ਪਹੁੰਚੇ ਤਾਂ ਰਸਤੇ ਦੇ ਵਿੱਚ ਇੱਕ ਮਾਸੂਮ ਬੱਚਾ ਮਿਲਦਾ ਹੈ, ਤੇ ਉਹ ਮਾਸੂਮ ਬੱਚੇ ਨੇ ਘਰੋਂ ਆਪਣੇ ਛਤਰੀ ਚੁੱਕੀ ਤੇ ਉਹ ਵੀ ਨਾਲ ਤੁਰ ਪਿਆ। ਹੁਣ ਸਾਰੇ ਪੁੱਛਦੇ ਨੇ ਕਿ ਤੂੰ ਸਿਰ ਦੇ ਉੱਪਰ ਛਤਰੀ ਲਈ ਹੈ। ਉਹ ਕਹਿੰਦਾ ਮੈਂ ਤੁਹਾਨੂੰ ਦੇਖਿਆ ਵੀ ਤੁਸੀਂ ਬਾਹਰ ਜਾ ਰਹੇ ਹੋ, ਪਿੰਡੋਂ ਬਾਹਰ ਜਾ ਕੇ ਤੁਸੀਂ ਇਕੱਠਿਆਂ ਹੋ ਕੇ ਵਾਹਿਗੁਰੂ ਅੱਲਾ ਰਾਮ ਅੱਗੇ ਅਰਦਾਸ ਜੋਦੜੀ ਸਿਜਦਾ ਕਰਨਾ ਕਿ ਮੀਂਹ ਪੈ ਜੇ, ਬਾਰਿਸ਼ ਪਵੇ। ਤੇ ਉਹ ਅੱਗੋਂ ਕਹਿਣ ਲੱਗੇ ਵੀ ਬਾਰਿਸ਼ ਤਾਂ ਅਜੇ ਪਈ ਕੋਈ ਨਹੀਂ। ਉਹ ਕਹਿੰਦਾ ਤੁਸੀਂ ਅਰਦਾਸ ਜੋ ਕਰੋਗੇ, ਤੇ ਜਦੋਂ ਤੁਸੀਂ ਅਰਦਾਸ ਕਰਨੀ ਹੈ ਤੇ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਪਿੰਡੋਂ ਇੰਨੀ ਦੂਰ ਬੈਠੇ ਜੇ, ਆਪਾਂ ਤਾਂ ਸਾਰੇ ਮੀਂਹ ਨਾਲ ਭਿੱਜ ਜਾਾਂਗੇ, ਲੀੜੇ ਕੱਪੜੇ ਆਪਣੇ ਸਭ ਦੇ ਗਿੱਲੇ ਹੋ ਜਾਣਗੇ, ਘਰ ਕਿੱਦਾਂ ਆਓਗੇ। ਹੁਣ ਬੱਚਾ ਭਾਵੇਂ ਮਾਸੂਮ ਹੈ, ਪਰ ਗੱਲ ਉਹਦੀ ਬਹੁਤ ਵੱਡੀ ਸੀ। ਹੁਣ ਉਹ ਬਹੁਤ ਵੱਡੇ ਸਨ, ਪਰ ਉਹਨਾਂ ਦੀ ਸਮਝ ਬਹੁਤ ਛੋਟੀ ਸੀ। ਦਰਅਸਲ ਜਦੋਂ ਬੱਚੇ ਨੇ ਇਹ ਗੱਲ ਆਖੀ ਨਾ ਵੀ ਅਰਦਾਸ ਕਰੋਗੇ ਤੇ ਮੀਂਹ ਪੈਣ ਲੱਗ ਪਏਗਾ, ਤੇ ਜਿੰਨੇ ਪਿੰਡ ਵਾਲੇ ਕਹਿਣ ਲੱਗੇ ਉਹੀ ਰਿਹਾ ਨਾ ਬੱਚਾ ਹੀ, ਨਿਆਣੇ ਦਾ ਨਿਆਣਾ ਹੀ, ਨਿਆਣਿਆਂ ਵਾਲੀਆਂ ਗੱਲਾਂ। ਕਹਿੰਦੇ ਮੀਂਹ ਅਜੇ ਪਿਆ ਥੋੜੀ ਹੈ, ਮੀਂਹ ਕਿੱਥੋਂ ਪੈਣਾ ਹੈ। ਉਹ ਕਹਿਣ ਲੱਗਾ ਬਸ ਫਿਰ ਇਹੀ ਗੱਲ ਹੈ, ਜਿਸ ਖੁਦਾ ਦੇ ਮਾਲਕ ਦੇ ਅੱਗੇ ਤੁਸੀਂ ਅਰਦਾਸ ਕਰਨ ਜਾ ਰਹੇ ਹੋ, ਜੇ ਤੁਹਾਨੂੰ ਇਹ ਹੀ ਨਹੀਂ ਭਰੋਸਾ ਕਿ ਸਾਡੇ ਅਰਦਾਸ ਕਰਦਿਆਂ ਹੀ ਬਾਰਿਸ਼ ਸ਼ੁਰੂ ਹੋ ਜਾਣੀ ਹੈ, ਤੇ ਫਿਰ ਤੁਹਾਡੀ ਅਰਦਾਸ ਦਾ ਫਾਇਦਾ ਕੀ ਹੈ। ਆਪਾਂ ਵੀ ਕਈ ਦਫਾ ਅਰਦਾਸ ਕਰਦੇ ਹੀ ਹਾਂ। ਕਿੱਥੇ ਗਿਆ ਸੀ, ਅਰਦਾਸ ਕਰਕੇ ਆਇਆ, ਦੇਖੋ ਜੇ ਮਹਾਰਾਜ ਪ੍ਰਵਾਨ ਕਰ ਲੇ। ਬਸ ਜਿਹੜੀ ਜੇ ਹੈ ਨਾ, ਬਸ ਇਹੀ ਸਾਡੀ ਅਰਦਾਸ ਪੂਰਿਆਂ ਨਹੀਂ ਹੋਣ ਦਿੰਦੀ। ਪਰ ਸਤਿਗੁਰੂ ਤਾਂ ਬਾਣੀ ਵਿੱਚ ਕਹਿੰਦੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਕਹਿੰਦੇ ਤੂੰ ਜਨ ਬਣਿਆ ਹੀ ਨਹੀਂ ਅਜੇ। ਆਪਾਂ ਗੁਰੂ ਵਿੱਚ ਦੋਸ਼ ਕੱਢਦੇ ਹਾਂ, ਗੁਰੂ ਨੂੰ ਕਹਿੰਦੇ ਆ ਜਾਂ ਅਰਦਾਸ ਪ੍ਰਤੀ ਕਹਿੰਦੇ ਆ, ਪਰ ਸਤਿਗੁਰਾਂ ਨੇ ਜਿਹੜੇ ਵਿੱਚ ਸ਼ਬਦ ਲਫ਼ਜ਼ ਐਡ ਕੀਤੇ ਨੇ ਵੀ ਭਲਿਆਂ ਅਰਦਾਸ ਤੇਰੀ ਬਿਰਥੀ ਨਹੀਂ ਹੁੰਦੀ, ਪਰ ਬਿਰਥੀ ਤਾਂ ਹੁੰਦੀ ਹੈ ਤੂੰ ਜਨ ਨਹੀਂ ਬਣਿਆ, ਪੂਰੀ ਤਾਂ ਹੁੰਦੀ ਹੈ ਤੂੰ ਜਨ ਬਣ ਗਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਦੋਂ ਬੱਚੇ ਨੇ ਆਖਿਆ ਨਾ ਵੀ ਤੁਸੀਂ ਅਰਦਾਸ ਕਰਨ ਚੱਲਿਓ, ਬਾਰਿਸ਼ ਤਾਂ ਹੋਵੇਗੀ। ਉਹ ਕਹਿੰਦੇ ਅਜੇ ਅਰਦਾਸ ਕਰਾਂਗੇ, ਮੀਂਹ ਦਾ ਕੀ ਪਤਾ ਕਦੋਂ ਪਵੇ ਨਾ ਪਵੇ, ਤੂੰ ਉਂਝ ਹੀ ਮੋਢੇ ਤੇ ਛਤਰੀ ਚੁੱਕ ਕੇ ਸਾਡੇ ਪਿੱਛੇ ਭੱਜਿਆ ਆਉਣਾ ਹੈ। ਗੱਲ ਬੜੀ ਮਹਾਨ ਸੀ। ਉਹ ਕਹਿਣ ਲੱਗਾ ਤੁਹਾਡੇ ਕੋਲੇ ਸਿਰਫ ਅਰਦਾਸ ਲਫ਼ਜ਼ੀ ਤੌਰ ਤੇ ਹੈ। ਵੈਸੇ ਬੇਨਤੀ ਕਰਾਂ, ਅਰਦਾਸ ਕਦੀ ਵੀ ਲਫ਼ਜ਼ਾਂ ਦੀ ਮੁਹਤਾਜ ਨਹੀਂ ਹੋਇਆ ਕਰਦੀ। ਅਰਦਾਸ ਨੇ ਜਿਹੜੀ ਲਫ਼ਜ਼ਾਂ ਦੀ ਮੁਹਤਾਜ ਨਹੀਂ, ਜਿਹੜੀ ਆਪਾਂ ਅਰਦਾਸ ਕਰਦੇ ਹਾਂ ਸਾਡੀ ਪੰਥਕ ਅਰਦਾਸ ਹੈ। ਪਰ ਜੇ ਕੋਈ ਬੰਦਾ ਬੈਠਾ ਘਰੋਂ ਤੁਰਨ ਲੱਗਾ ਜਾਂ ਆਪ ਮੱਥਾ ਟੇਕ ਰਿਹਾ ਹੈ, ਉਹ ਜੋ ਕੁਝ ਵੀ ਅੰਦਰੋਂ ਬੋਲ ਰਿਹਾ ਹੈ ਨਾ, ਉਹਦੇ ਜਿਹੜੇ ਲਫ਼ਜ਼ ਨੇ ਉਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੇ, ਕਿਉਂਕਿ ਅਰਦਾਸ ਤਾਂ ਲਫ਼ਜ਼ਾਂ ਦੀ ਮੁਹਤਾਜ ਹੈ ਹੀ ਕੋਈ ਨਹੀਂ। ਤੇ ਜਦੋਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੈਨੂੰ ਅਰਦਾਸ ਕਰਨੀ ਹੋਈ ਨਹੀਂ ਆਉਂਦੀ, ਇਹ ਕਹਿਣਾ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ, ਤੁਸੀਂ ਮੇਰੇ ਅੰਦਰੋਂ ਅਰਦਾਸ ਬਣ ਕੇ ਉਮੜੋ, ਤੁਸੀਂ ਮੇਰੇ ਅੰਦਰੋਂ ਅਰਦਾਸ ਬਣ ਕੇ ਨਿਕਲੋ। ਜਦੋਂ ਬੱਚੇ ਨੇ ਕਿਹਾ ਵੀ ਤੁਹਾਡੇ ਕੋਲ ਕਹਿੰਦੇ ਨਾ ਤਾਂ ਬਾਹਰਲੀ ਛਤਰੀ ਹੈ ਵੀ ਜਿਹਦੇ ਨਾਲ ਤੁਸੀਂ ਤੁਹਾਡੇ ਉੱਪਰ ਮੀਂਹ ਪਵੇ, ਬਾਰਿਸ਼ ਪਵੇ, ਕੱਪੜੇ ਨਾ ਗਿੱਲੇ ਹੋਣ, ਤੇ ਨਾ ਹੀ ਤੁਹਾਡੇ ਕੋਲੇ ਸ਼ਰਧਾ ਵਾਲੀ ਛਤਰੀ ਹੈ, ਤੁਹਾਡੇ ਕੋਲੇ ਦੋਵੇਂ ਛਤਰੀਆਂ ਕੋਈ ਨਹੀਂ।
ਕਹਿਣ ਲੱਗਾ ਬਾਹਰੋਂ ਜਿਹੜੀ ਮੈਂ ਉੱਪਰ ਛਤਰੀ ਲਈ ਹੈ ਇਹ ਸਿਰਫ ਤੁਹਾਨੂੰ ਦੱਸਣ ਦੇ ਲਈ, ਪਰ ਕਹਿੰਦੇ ਉਸ ਗੁਰੂ ਦੇ ਅੱਗੇ ਜਦੋਂ ਅਰਦਾਸ ਕਰਨੀ ਹੈ ਨਾ, ਉਦੋਂ ਬੰਦਿਆ ਤੇਰੇ ਕੋਲ ਸ਼ਰਧਾ ਭਾਵਨਾ ਦੀ ਛਤਰੀ ਦਾ ਹੋਣਾ ਬੜਾ ਲਾਜ਼ਮੀ ਹੈ, ਤਾਂ ਤੇਰੇ ਤੇ ਕਿਰਪਾ ਹੋਵੇਗੀ। ਵੇਖੋ ਸ਼ਰਧਾ ਤੋਂ ਬਿਨਾ ਤੁਸੀਂ ਕਦੇ ਗੁਰੂ ਕੋਲ ਨਹੀਂ ਆ ਸਕਦੇ। ਹਾਂ, ਜਿਹੜਾ ਦੇਖਾ ਦੇਖੀ ਆਉਂਦਾ ਉਹ ਇੱਕ ਵੱਖਰੀ ਗੱਲ ਹੈ। ਜਦੋਂ ਵੀ ਤੁਸੀਂ ਗੁਰੂ ਕੋਲ ਆਓਗੇ, ਵੇਖੋ ਤੁਸੀਂ ਸਮਾਗਮਾਂ ਦੇ ਬਾਰੇ ਸੁਣਦੇ ਹੋ ਵੀ ਸਮਾਗਮ ਹੋ ਰਿਹਾ ਤਾਂ ਤੁਹਾਡੇ ਅੰਦਰ ਕਿੰਨੀ ਖੁਸ਼ੀ ਹੁੰਦੀ ਹੈ। ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ, ਵੇਖੋ 1 ਸਾਲ ਤੋਂ ਆਪਾਂ ਉਡੀਕਣ ਲੱਗ ਪਏ ਨੇ, ਸਾਡੀ ਬੱਚੀ ਦਾ ਵਿਆਹ ਹੋਵੇ, ਆਨੰਦ ਕਾਰਜ ਹੋਵੇ, ਮਾਂ ਪਿਓ ਰਿਸ਼ਤੇਦਾਰ ਭੈਣ ਭਰਾ ਤੇ ਪਹਿਲਾਂ ਹੀ ਕਿਆਸ ਕਰਨ ਲੱਗ ਜਾਂਦੇ, ਤਿਆਰੀਆਂ ਹੋਣ ਲੱਗ ਪੈਂਦੀਆਂ, ਕਿੰਨੀ ਖੁਸ਼ੀ ਹੁੰਦੀ ਮਾਂ ਪਿਓ ਨੂੰ। ਪਰ ਸਾਡੇ ਉਸ ਸਾਰੇ ਕਾਰਜ ਦੇ ਵਿੱਚ ਐਨ ਮੌਕੇ ਤੇ ਆ ਕੇ ਕੋਈ ਬੰਦਾ ਇਉਂ ਕਹਿ ਲਓ ਵੀ ਰੰਗ 'ਚ ਭੰਗ ਪਾ ਦੇ, ਫਿਰ ਤੁਹਾਡਾ ਮਨ ਕਿੰਨਾ ਦੁਖੀ ਹੋਵੇਗਾ। ਜਿਹੜੀ ਮੈਂ ਬੇਨਤੀ ਕਰਨੀ ਹੈ ਵੀ ਜਦੋਂ ਐਡੇ ਐਡੇ ਸਮਾਗਮ ਹੁੰਦੇ ਨੇ, ਸੰਗਤਾਂ ਦੀ ਕਿੰਨੀ ਭਾਵਨਾ, ਸਾਰੇ ਪ੍ਰਬੰਧਕ ਸੇਵਾਦਾਰ ਜਾਂ ਜਿੰਨੇ ਤੁਸੀਂ ਰਲ ਮਿਲ ਕੇ ਕਿੰਨਾ ਉਦਮ ਕਰਦੇ ਹੋ, ਕਿੰਨਾ ਆਪਾਂ ਖਰਚ ਕਰਦੇ ਹਾਂ। ਤੇ ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਭਾਈ ਜੇ ਕਿਸੇ ਨੇ ਲੜਨਾ, ਜੇ ਕਿਸੇ ਦੇ ਬਾਲੇ ਡੌਲੇ ਫਰਕਦੇ ਹੈ ਨਾ ਵੀ ਬਾਹਲੀ ਤਾਕਤ ਹੈ ਮੇਰੇ 'ਚ, ਤਾਂ ਉਹ ਕਿਸੇ ਸਮੁੰਦਰ ਕਿਨਾਰੇ ਛੱਡ ਵੀ ਪ੍ਰਬੰਧਕ ਆਉਣਗੇ, ਮੈਂ ਕਹੂੰ ਵੀ ਤੁਸੀਂ ਛੱਡਿਆ ਹੋ ਇਹਨਾਂ ਨੂੰ, ਜੇ ਇਹਨਾਂ ਦਾ ਤੇਲ ਮੱਚਦਾ, ਕਿਤੇ ਦੂਰ ਤੁਸੀਂ ਸਮੁੰਦਰ ਤੇ ਚੱਲ ਜਾਓ, ਉੱਥੇ ਜਾ ਕੇ ਰੱਜ ਕੇ ਲੜੋ, ਉੱਥੇ ਕਿਸੇ ਨੇ ਨਹੀਂ ਹਟਾਉਣਾ। ਇਸ ਲਈ ਇਹ ਲੜਾਈ ਝਗੜਾ ਜਦੋਂ ਕੋਈ ਨਗਰ ਕੀਰਤਨ ਕਿਤੇ ਸਮਾਗਮ ਹੁੰਦੇ ਆ, ਉੱਥੇ ਪਲੀਜ਼ ਕਿਰਪਾ ਕਰਕੇ ਇਦਾਂ ਦਾ ਮਾਹੌਲ ਨਾ ਬਣਾਓ, ਕਦੀ ਵੀ ਨਾ ਬਣਾਓ। ਜੇ ਰੰਜਸ ਕੋਈ ਵੀ, ਗੁਰੂ ਅੱਗੇ ਅਰਦਾਸ ਕਰੋ, ਗੁਰੂ ਅੱਗੇ ਅਰਦਾਸ ਕਰੋ ਵੀ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਮੈਂ ਬੇਨਤੀ ਕਰਾਂ, ਜੇ ਆਪਾਂ ਇਦਾਂ ਹੀ ਕਰਦੇ ਰਹੇ ਨਾ, ਇਸੇ ਤਰ੍ਹਾਂ ਹੀ ਕਰਦੇ ਰਹੇ, ਉਹ ਦਿਨ ਦੂਰ ਨਹੀਂ, ਉਹ ਦਿਨ ਕਦੀ ਨਾ ਆਵੇ। ਜਿਵੇਂ ਪੰਜਾਬ ਦੀ ਧਰਤੀ ਤੇ ਗੋਰਿਆਂ ਨੇ ਗੁਰਦੁਆਰਿਆਂ ਤੇ ਕਬਜ਼ੇ ਕਰ ਲਏ ਸਨ, ਨਰੈਣੂ ਮਹੰਤਾਂ ਦੇ ਰਾਹੀਂ, ਜੋ ਵੀ, ਉਹ ਇੱਕ ਵਿਸ਼ਾ ਅਲੱਗ ਹੈ। ਜੇ ਆਪਾਂ ਬਾਰ-ਬਾਰ ਇਦਾਂ ਹੀ ਸ਼ਿਕਾਇਤਾਂ ਦੇ ਮੌਕੇ ਦੇਈ ਜਾਵਾਂਗੇ ਤਾਂ ਫਿਰ ਇਹਨਾਂ ਨੂੰ ਤਾਂ ਮਜਬੂਰਨ ਕੁਝ ਨਾ ਕੁਝ ਕਰਨਾ ਹੀ ਪਏਗਾ ਨਾ, ਕੁਝ ਨਾ ਕੁਝ ਤੇ ਕਰਨਗੇ ਨਾ ਵਿਚਾਰੇ। ਵੈਸੇ ਛੇਤੀ ਇਹ ਕਰਨ ਵਾਲੇ ਨਹੀਂ, ਪਰ ਜਦੋਂ ਅਸੀਂ ਮੌਕਾ ਦੇਈ ਜਾਵਾਂਗੇ ਖੂਨ ਖਰਾਬੇ ਕਰਾਂਗੇ। ਮੈਂ ਵਿਸ਼ੇ ਤੋਂ ਓਹਲੇ ਹੋ ਗਿਆ, ਕਿਉਂਕਿ ਸਮਾਗਮ ਆ ਰਹੇ ਨੇ ਤੇ ਸਾਰਿਆਂ ਨੇ ਰਲ ਮਿਲ ਕੇ ਆਪਾਂ ਲਾਹਾ ਲੈਣਾ, ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕਿਸੇ ਦਾ ਕੋਈ ਮਨ ਦਿਲ ਦੁਖੀ ਨਾ ਹੋਵੇ। ਸਗੋਂ ਆਪਾਂ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਕੁਝ ਸਿੱਖ ਕੇ ਜਾਈਏ। ਇੱਥੋਂ ਦੇ ਬੱਚੇ ਬੜੇ ਡਰ ਜਾਂਦੇ। ਇੱਕ ਭੈਣ ਮੈਨੂੰ ਦੱਸ ਰਹੀ ਸੀ ਵੀ ਛੋਟੇ ਛੋਟੇ ਬੱਚੇ ਉਹ ਉੱਥੇ ਸਨ ਜਿਹੜੀ ਜਗ੍ਹਾ ਇਹ ਸਾਰਾ ਹੋਇਆ, ਮੈਂ ਨਾਂ ਤਾਂ ਨਹੀਂ ਲੈਂਦਾ, ਨਾਮ ਮੈਨੂੰ ਯਾਦ ਹੈ ਜਿਸ ਗੁਰਦੁਆਰੇ ਹੋਇਆ। ਕਹਿੰਦੇ ਉਹ ਬੱਚੇ ਸਾਡੇ 4-5 ਦਿਨ ਡਰਦੇ ਹੀ ਰਹੇ, ਰੋਂਦੇ ਹੀ ਰਹੇ, ਗੁਰਦੁਆਰੇ ਵੱਲ ਮੂੰਹ ਨਹੀਂ ਕਰਦੇ। ਹੁਣ ਉਹ ਦੋਸ਼, ਉਹ ਪਾਪ ਸਾਡੇ ਸਿਰ ਲੱਗਣਾ। ਇਸ ਵਾਸਤੇ ਗੁਰੂ ਸਾਹਿਬ ਸੁਮਤ ਬਖਸ਼ਣ। ਇੱਕ ਮਾਸੂਮ ਬੱਚਾ ਉਹਨਾਂ ਪਿੰਡ ਵਾਲਿਆਂ ਨੂੰ ਕਹਿੰਦਾ, ਤੁਹਾਡੇ ਕੋਲ ਨਾ ਬਾਹਰੋਂ ਛਤਰੀ ਹੈ, ਨਾ ਤੁਹਾਡੇ ਕੋਲ ਸ਼ਰਧਾ ਵਾਲੀ ਛਤਰੀ ਹੈ। ਕਹਿਣ ਲੱਗਾ, ਜੇ ਕਿਤੇ ਤੁਸੀਂ ਸ਼ਰਧਾ ਭਾਵਨਾ ਵਾਲੀ ਛਤਰੀ ਬਣਾ ਕੇ ਆਉਂਦੇ, ਤੁਹਾਨੂੰ ਇਹ ਵਿਸ਼ਵਾਸ ਹੁੰਦਾ ਕਿ ਮੀਂਹ ਪੈਣਾ, ਤੁਸੀਂ ਘਰੋਂ ਛਤਰੀਆਂ ਲੈ ਕੇ ਆਉਣੀਆਂ ਸੀ ਤੇ ਮੀਂਹ ਪੈ ਹੀ ਜਾਣਾ ਸੀ, ਮੀਂਹ ਪੈ ਜਾਣਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਡੱਲੇ ਨਾਲ ਮੁਲਾਕਾਤ ਹੋਈ ਨਾ, ਡੱਲਾ ਚੌਧਰੀ ਬੜਾ ਧਨਾੜ ਸੀ, ਜਦੋਂ ਉਹਦੇ ਨਾਲ ਮੁਲਾਕਾਤ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਆਹ ਜਿਹੜੀ ਮਾਲਵੇ ਦੀ ਧਰਤੀ ਤੇ ਹੈ, ਮਲਵੇ ਦੀ ਧਰਤੀ ਹੈ, ਇੱਥੇ ਕੋਈ ਫਸਲ ਨਹੀਂ ਹੁੰਦੀ, ਕੋਈ ਫਲ ਫਰੂਟ ਨਹੀਂ ਹੁੰਦਾ, ਕੋਈ ਬਾਗ ਬਗੀਚੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਡੱਲਿਆ ਕਿਉਂ ਨਹੀਂ ਭਾਵਨਾ ਦੀਆਂ ਅੱਖਾਂ ਨਾਲ ਵੇਖ, ਉਹ ਵੇਖ ਕਿੰਨੇ ਅੰਬਾਂ ਦੇ ਬਾਗ ਨੇ, ਵੇਖ ਅੰਗੂਰਾਂ ਦੇ ਬਾਗ ਨੇ, ਵੇਖ ਸੇਬਾਂ ਦੇ ਬਾਗ ਨੇ। ਸਤਿਗੁਰੂ ਜੀ ਬਚਨ ਕਰੀ ਗਏ, ਪਰ ਡੱਲੇ ਦੇ ਕੋਲ ਉਹ ਅਜੇ ਸ਼ਰਧਾ ਭਾਵਨਾ ਨਹੀਂ ਸੀ। 4 ਛਪੇਰੇ ਨਜ਼ਰ ਮਾਰ ਕੇ ਕਹਿੰਦਾ, ਮਹਾਰਾਜ ਦਿਸਦਾ ਤਾਂ ਕੁਝ ਨਹੀਂ, ਮੈਨੂੰ ਕੁਝ ਵਿਖਾਈ ਤੇ ਮੈਨੂੰ ਦੇ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਡੱਲਿਆ ਜੇ ਕਿਤੇ ਬਣਾਉਂਦਾ ਭਾਵਨਾ, ਜੇ ਕਿਤੇ ਰੱਖਦਾ ਤੂੰ ਸ਼ਰਧਾ, ਤਾਂ ਇਹ ਸਭ ਕੁਝ ਦਿਨਾਂ ਦੇ ਵਿੱਚ ਹੀ ਇੱਥੇ ਬਹਾਰਾਂ ਲੱਗ ਜਾਣੀਆਂ ਸੀ। ਪਰ ਬਚਨ ਹੁਣ ਕਰ ਚੁੱਕੇ ਆ, ਬਚਨ ਪੂਰਾ ਜ਼ਰੂਰ ਹੋਵੇਗਾ, ਪਰ ਸਮਾਂ ਲੱਗੇਗਾ। ਅੱਜ ਵੀ ਤੁਸੀਂ ਦਮਦਮਾ ਸਾਹਿਬ ਜਾਓ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਮਾਲਵੇ ਦੇ ਵਿੱਚ ਜਿੰਨੇ ਅੰਗੂਰਾਂ ਦੇ ਬਾਗ, ਸੰਤਰੇ ਕਿਨੂਆਂ ਦੇ ਬਾਗ ਜਾਂ ਅੰਬਾਂ ਦੇ ਬਾਗ ਨੇ, ਮੇਰੇ ਖਿਆਲ 'ਚ ਕਿਸੇ ਹੋਰ ਇਲਾਕੇ ਵਿੱਚ ਨਹੀਂ ਹੋਣੇ। ਇਹਦਾ ਮਤਲਬ ਜੋ ਦਸ਼ਮੇਸ਼ ਪਿਤਾ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਉਹ ਬਚਨ ਅੱਜ ਵੀ ਅਟਲ ਨੇ, ਉਹ ਅੱਜ ਵੀ ਪੂਰੇ ਨੇ। ਆਪਾਂ ਅਰਦਾਸ ਸੰਬੰਧੀ ਅੱਜ ਸਾਰੀ ਬੇਨਤੀ ਕੀਤੀ ਹੈ ਵੀ ਇੱਕ ਤਾਂ ਉਹ ਨੇ ਜਿਨ੍ਹਾਂ ਦੀ ਅਰਦਾਸ ਵਿੱਚ ਮੰਗ ਹੈ, ਇੱਕ ਉਹ ਨੇ ਜਿਹੜੇ ਅਰਦਾਸ ਵਿੱਚ ਸਿਰਫ ਧੰਨਵਾਦ ਕਰਦੇ ਨੇ, ਇੱਕ ਉਹ ਨੇ ਜਿਹੜੇ ਅਰਦਾਸ ਰਾਹੀਂ ਕਹਿੰਦੇ ਨੇ ਪ੍ਰਮਾਤਮਾ ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਮੇਰਾ ਆਤਮਿਕ ਜੀਵਨ ਉੱਚਾ ਹੋ ਜਾਏ। ਕਿਉਂਕਿ ਅਰਦਾਸ ਰਾਹੀਂ ਆਪਾਂ ਸਮਾਗਮ ਆਰੰਭ ਕੀਤੇ ਨੇ। ਆਓ ਜਿਹੜੀ ਵਿਚਾਰ ਚੱਲ ਰਹੀ ਹੈ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਪਾਵਨ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਕਈ ਸੱਜਣਾ ਦੀ ਇਹ ਸੱਜਣਾ ਵੱਲੋਂ ਹੁਕਮ ਸੀ ਕਿ ਅਸੀਂ ਇਹ ਬਾਣੀ ਪਾਠ ਦੇ ਰੂਪ ਦੇ ਵਿੱਚ ਤਾਂ ਬਹੁਤ ਸ਼ਰਵਣ ਕੀਤੀ ਹੈ, ਪਰ ਕਥਾ ਦੇ ਰੂਪ ਦੇ ਵਿੱਚ ਉਹ ਕਹਿੰਦੇ ਨਹੀਂ, ਸੁਖੈਨ ਭਾਸ਼ਾ ਹੈ ਜਿਹੜੀ ਬੜੀ ਸਾਨੂੰ ਸਮਝਣ ਦੇ ਵਿੱਚ ਵੀ ਕੋਈ ਉਕਾਈ ਨਹੀਂ ਆਉਣੀ। ਸਤਿਗੁਰੂ ਜੀ ਕਿਰਪਾ ਕਰਨ, ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਟ ਕੁਸਤੀ ਗਾਓ। ਪਾਠ ਇੱਥੇ ਕੁਸਤੀ ਅਦਕ ਨਹੀਂ ਲੱਗਿਆ, ਪਰ ਇਹਨੂੰ ਪਾਠ ਕੁਸਤੀ ਹੀ ਕਰਨਾ ਪਏਗਾ, ਜਿਹਦਾ ਭਾਵ ਇਹ ਹੈ ਵੀ ਖੋਟਾ ਬੇਈਮਾਨ ਮਨੁੱਖ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਉਪਦੇਸ਼ ਸਾਂਝਾ ਦੇ ਰਹੇ ਨੇ। ਕੈਸਾ ਪ੍ਰਮਾਣ ਦਿੱਤਾ, ਇਹਦੇ ਵਿਚਾਰ ਮੇਰੇ ਖਿਆਲ 'ਚ ਭਾਵੇਂ ਆਪਾਂ ਕੀਤੀ ਸੀ, ਮੈਂ ਤਾਂ ਬੇਨਤੀ ਕਰਦਾ, ਬੜੀ ਸੰਗਤ ਜਿਹੜੀ ਨਵੀਂ ਆਈ ਹੈ। ਕਬੀਰ ਸੰਤਨ ਕੀ ਝੁੰਗੀਆ ਭਲੀ, ਭਾਵ ਜਿਹੜੇ ਸੰਤ ਜਨ ਨੇ, ਜਿਹੜੇ ਗੁਰਮੁਖ ਜਨ ਨੇ ਨਾ, ਉਹ ਭਾਵੇਂ ਕਿਸੇ ਕੁੱਲੀ ਵਿੱਚ ਰਹਿੰਦੇ ਨੇ, ਕੁੱਲੀ ਕਹਿ ਲੋ, ਟੁੱਟਿਆ ਪੁਰਾਣਾ ਮਕਾਨ ਕਹਿ ਲੋ, ਜਿਹਦੇ ਵੱਲ ਕੋਈ ਦੇਖਣ ਨੂੰ ਤਿਆਰੀ ਨਾ ਹੋਵੇ। ਆਪਾਂ ਕਹਿੰਦੇ ਗਰੀਬੜਾ ਜਾਂ ਇਹ ਟੁੱਟਿਆ ਪੁਰਾਣਾ ਜਾਂ ਮਕਾਨ ਹੈ, ਉਹਦੇ ਵੱਲ ਅਗਲਾ ਕੋਈ ਨਹੀਂ ਜਾਂਦਾ। ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਟੁੱਟੇ ਪੁਰਾਣੇ ਮਕਾਨ ਝੁੱਗੀ ਵਿੱਚ ਕੁੱਲੀ ਵਿੱਚ ਬੈਠਾ ਹੈ ਤੇ ਉਹ ਪਤਾ ਨਹੀਂ ਅੰਦਰੋਂ ਕਿੰਨਾ ਕੁ ਜੁੜਿਆ ਹੋਇਆ। ਭਗਤ ਜੀ ਕਹਿੰਦੇ ਕਬੀਰ ਸੰਤਨ ਕੀ ਝੁੰਗੀਆ ਭਲੀ, ਭਲੀ ਦੇ ਅਰਥ ਨੇ ਚੰਗੀ। ਵੇਖੋ ਭਗਤ ਰਵਿਦਾਸ ਸਾਹਿਬ ਜੀ ਬਾਜ਼ਾਰ ਵਿੱਚ ਬੈਠੇ ਨੇ, ਚੌਂਕ ਵਿੱਚ, ਉਹ ਜੁੱਤੀਆਂ ਗੰਢ ਰਹੇ ਨੇ। ਬਾਹਰਲੀ ਤੌਰ ਤੇ ਉਹਨਾਂ ਦੇ ਕੋਲ ਕੋਈ ਧਨ ਮਾਲ ਨਹੀਂ ਹੈ, ਪਰ ਅੰਦਰੋਂ ਨਾਮ ਰੂਪ ਧਨ ਦੇ ਨਾਲ ਉਹ ਮਾਲਾ ਮਾਲ ਨੇ। ਜਿਹੜੇ ਦੁਨੀਆ ਦੇ ਉਸ ਸਮੇਂ ਲੋਕ ਨੇ ਹੰਕਾਰੀ, ਤੇ ਉਹ ਬਾਹਰੋਂ ਤਾਂ ਮਾਲਾ ਮਾਲ ਨੇ, ਪਰ ਕਹਿੰਦੇ ਉਹਨਾਂ ਦੇ ਕੋਲ ਆਤਮਿਕ ਜੀਵਨ ਰੂਪ ਧਨ ਨਹੀਂ, ਉਹਨਾਂ ਕੋਲ ਉਹ ਚੀਜ਼ ਨਹੀਂ। ਭਗਤ ਨਾਮਦੇਵ ਜੀ ਬਾਹਰੋਂ ਵੇਖਣ ਵਿੱਚ ਕੰਗਾਲ ਲੱਗਦੇ ਨੇ, ਪਰ ਅੰਦਰੋਂ ਨਾਮ ਰੂਪ ਧਨ ਦੇ ਨਾਲ ਉਹ ਮਾਲਾ ਮਾਲ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਜਿਹੜੇ ਸੰਤ ਜਨ ਨੇ, ਕਿਸੇ ਸੋਹਣੇ ਮਹਿਲ ਮੁਨਾਰੇ ਮਕਾਨ ਘਰ ਬਾਰ ਜਾਂ ਐਸ਼ੋ ਆਰਾਮ ਦੀ ਗੁਰਬਾਣੀ ਵਿੱਚ ਨਿੰਦਾ ਨਹੀਂ ਕੀਤੀ। ਗੁਰਬਾਣੀ ਵਿੱਚ ਇਹ ਸਮਝਾਇਆ ਕਿ ਜਿਸ ਮਾਲਕ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਮਿਲਿਆ, ਜਿਹੇ ਪ੍ਰਸਾਦ ਛਤਿ ਅੰਮ੍ਰਿਤ ਖਾਹੇ, ਤੇ ਠਾਕੁਰ ਕੋ ਰਖ ਮਨ ਮਾਹੇ। ਮਨ ਮਾਹੇ ਦੇ ਅਰਥ ਨੇ ਮਨ ਦੇ ਵਿੱਚ, ਵੀ ਜਿਹਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਖਾ ਰਹੇ ਆ, ਤਨ ਦੇ ਉੱਪਰ ਸੋਹਣੇ ਕੱਪੜੇ ਬਸਤਰ ਪਹਿਨ ਰਹੇ ਆ, ਸੋਹਣੇ ਮਕਾਨਾਂ ਵਿੱਚ ਰਹਿ ਰਹੇ ਆ, ਸੋਹਣੇ ਭੋਜਨ ਛਕਦਾ। ਜਿਹੇ ਪ੍ਰਸਾਦ ਮੀਨਸ ਕਿਰਪਾ, ਜਿਹਦੀ ਕਿਰਪਾ ਦੇ ਨਾਲ, ਜਿਹੇ ਪ੍ਰਸਾਦ ਛਤਿ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਦੋਂ ਗੁਰੂ ਨੂੰ ਚੇਤੇ ਕਰਾਂਗੇ ਫਿਰ ਸ਼ੁਕਰਾਨਾ ਨਿਕਲੇਗਾ। ਜਦੋਂ ਗੁਰੂ ਨੂੰ ਭੁੱਲਾਂਗੇ ਉਦੋਂ ਸਾਡੇ ਅੰਦਰੋਂ ਸ਼ੁਕਰਾਨਾ ਨਹੀਂ, ਉਦੋਂ ਅਸੀਂ ਇਹ ਕਵਾਂਗੇ ਰੱਬ ਨੇ ਤੇ ਦਿੱਤਾ ਹੀ ਕੁਝ ਨਹੀਂ ਹੈ। ਪਰਮਾਤਮਾ ਨੇ ਕੁਝ ਨਹੀਂ ਦਿੱਤਾ, ਸਭ ਕੁਝ ਦਿੱਤਾ, ਫਿਰ ਵੀ ਉਹ ਉਲਾਂਭੇ ਦੇਗਾ। ਗੁਰਮੁਖ ਸੰਤ ਕਦੀ ਉਲਾਂਭੇ ਨਹੀਂ ਦਿੰਦਾ। ਤੇ ਜਿਹੜਾ ਮਨਮੁਖ ਬੰਦਾ ਹੈ, ਨਾਸਤਿਕ ਹੈ, ਜਿਹੜਾ ਸਾਕਤ ਹੈ ਰੱਬ ਨਾਲੋਂ ਟੁੱਟਿਆ, ਗੁਰੂ ਸਾਹਿਬ ਜੀ ਕਹਿੰਦੇ ਉਹਦੇ ਜੀਵਨ ਵਿੱਚ ਕਦੀ ਵੀ ਸ਼ੁਕਰਾਨਾ ਨਹੀਂ ਹੁੰਦਾ। ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਟ ਕੁਸਤੀ ਗਾਉ। ਗਾਉ ਦੇ ਅਰਥ ਨੇ ਪਿੰਡ। ਕਹਿੰਦੇ ਇੱਕ ਉਹ ਬੰਦਾ ਜਿਹਦੇ ਕੋਲ ਬਹੁਤ ਕੁਝ ਹੈ, ਬਹੁਤ ਰੁਤਬੇ ਨੇ, ਬਹੁਤ ਧਨ ਦੌਲਤ ਪਦਾਰਥ ਨੇ, ਪਰ ਕਹਿੰਦੇ ਕੁਸਤੀ ਦੇ ਅਰਥ ਨੇ ਪਰ ਮਨ ਵਿੱਚ ਖੋਟ ਹੈ। ਉਹ ਸੰਤ ਜਨਾਂ ਦੀ ਉਹ ਝੁੱਗੀ ਵੇਖ ਕੇ, ਉਹ ਮਕਾਨ ਵੇਖ ਕੇ ਉਹਨਾਂ ਦੇ ਨਾਲ ਈਰਖਾ ਦਵੈਸ਼ ਕਰਦਾ ਹੈ। ਪਰ ਦੁਨੀਆ ਦੀ ਨਜ਼ਰ ਦੇ ਵਿੱਚ ਜਿਹੜਾ ਇੱਕ ਸੰਤ ਜਾਂ ਉਹਦੀ ਝੁੱਗੀ ਜੇ ਜਗ੍ਹਾ ਉਹ ਰਹਿੰਦਾ ਹੈ, ਉਹ ਗਰੀਬ ਨਜ਼ਰ ਆ ਰਿਹਾ ਹੈ, ਪਰ ਕਹਿੰਦੇ ਉਹ ਰੱਬ ਦਾ ਸ਼ੁਕਰਾਨਾ ਕਰ ਰਿਹਾ। ਵੇਖੋ ਇੱਕ ਬੰਨੇ ਜਦੋਂ ਆਪਾਂ
ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ ਕਿੰਨਾ ਮਹਾਨ ਹੈ। ਇੱਕ ਬੰਨੇ ਗੰਗੂ ਹੈ, ਇੱਕ ਬੰਨੇ ਦੀਵਾਨ ਟੋਡਰ ਮੱਲ ਹੈ। ਤੇ ਤੁਸੀਂ ਵੇਖੋ ਜਦੋਂ ਸਾਹਿਬਜ਼ਾਦੇ ਸਰਸਾ ਦੇ ਕਿਨਾਰੇ ਪਹੁੰਚਦੇ ਨੇ ਤਾਂ ਕੁੰਮੇ ਮਾਸਕੀ ਦੀ ਇੱਕ ਝੁੱਗੀ ਹੈ। ਮਹਿਲਾਂ ਵਾਲਿਆਂ ਕੋਲ ਨਹੀਂ ਗਏ, ਕੁੰਮੇ ਮਾਸਕੀ ਦੇ ਕੋਲ ਗਏ। ਉਹਦੇ ਕੋਲ ਭਾਵੇਂ ਝੁੱਗੀ ਹੈ, ਸਰਕੜਿਆਂ ਕਾਨਿਆਂ ਦੀ ਬਣੀ ਹੋਈ, ਪਰ ਫਿਰ ਵੀ ਉਹਨੇ ਮੱਥੇ ਵੱਟ ਨਹੀਂ ਪਾਇਆ। ਉਹ ਕਹਿੰਦਾ ਮੈਂ ਕੁਰਬਾਨ ਜਾਵਾਂ, ਮੈਂ ਸਦਕੇ ਜਾਵਾਂ। ਜਦੋਂ ਦਰਸ਼ਨ ਕੀਤੇ ਕਹਿਣ ਲੱਗਾ ਮਾਤਾ ਜੀ ਤੁਸੀਂ ਇੱਥੇ ਅੱਜ ਮਹਿਲਾਂ ਦੇ ਵਿੱਚ ਰਹਿਣ ਵਾਲੇ ਝੁੱਗੀਆਂ ਦੇ ਵਿੱਚ। ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕੁੰਮੇ ਮਾਸਕੀ ਨੂੰ, ਕਹਿੰਦੇ ਕੁਦਰਤ ਕਈ ਰੰਗ ਵਿਖਾਉਂਦੀ ਹੈ, ਕਦੀ ਮਹਿਲਾਂ ਵਾਲਿਆਂ ਨੂੰ ਝੁੱਗੀਆਂ ਵਿੱਚ ਤੇ ਝੁੱਗੀਆਂ ਵਾਲਿਆਂ ਨੂੰ ਮਹਿਲਾਂ ਵਿੱਚ ਬਿਠਾਉਂਦੀ ਹੈ। ਇਹ ਕੁਦਰਤ ਦੇ ਰੰਗ ਨੇ। ਕੁੰਮੇ ਮਾਸਕੀ ਨੂੰ ਆਖਿਆ ਪਰ ਫਿਰ ਵੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਤੂੰ ਕੁੱਲੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੇਰੇ ਕੋਲ ਇੰਨਾ ਕੁ ਸਬਰ ਸੰਤੋਖ ਹੈ ਕਿ ਤੂੰ ਇਹ ਨਹੀਂ ਆਖਿਆ ਮੈਂ ਤੁਹਾਨੂੰ ਬਿਠਾਵਾਂਗਾ ਕਿੱਥੇ ਤੇ ਤੁਹਾਨੂੰ ਮੈਂ ਖਵਾਵਾਂਗਾ ਕੀ। ਤੂੰ ਰਹਿਣਾ ਕੁੱਲੀ ਵਿੱਚ, ਤੇਰੇ ਕੋਲ ਸਬਰ ਸੰਤੋਖ ਬਹੁਤ ਹੈ। ਲੰਘ ਚੁੱਕੇ ਸਮੇਂ ਦੇ ਵਿੱਚ ਗੁਰਸਿੱਖਾਂ ਨੂੰ ਘਰ ਦੇ ਵਿੱਚ ਲਿਆਉਣਾ, ਲੰਗਰ ਪ੍ਰਸ਼ਾਦਾ ਪਾਣੀ ਛਕਾਉਣਾ, ਗੁਰੂ ਅੱਗੇ ਅਰਦਾਸ ਉਹਨਾਂ ਨੇ ਕਰਨੀ। ਰਹਿਤਨਾਮੇ ਪੜ੍ਹ ਕੇ ਦੇਖੋ, ਹੁਣ ਪੜ੍ਹਦੇ ਨਹੀਂ ਤੇ ਹੁਣ ਭਾਵਨਾ ਕਿੱਥੋਂ ਬਣੇ। ਇਨ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੂੰ ਤਰੂੰ ਜੇ ਆਸਾ। ਕਹਿੰਦੇ ਇਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੈ। ਜਦੋਂ ਪੰਜੇ ਮਿਲ ਕੇ ਅਰਦਾਸ ਕਰਨਗੇ ਇਹ ਹੋ ਨਹੀਂ ਸਕਦਾ ਵੀ ਤੁਹਾਡਾ ਕਾਰਜ ਕੋਈ ਅੜ ਜੇ, ਕਿਉਂਕਿ ਕਾਰਜ ਅੜਨਾ ਕਦੋਂ ਆ? ਕਿਉਂਕਿ ਉਹਨਾਂ ਦੇ ਵਿੱਚ ਉਹ ਸਮੇਂ ਜਦੋਂ ਉਹ ਬੈਠੇ ਨੇ, ਅੱਗੋਂ ਪਿੱਛੋਂ ਕੀ ਨੇ ਉਹ ਨਹੀਂ। ਕਹਿੰਦੇ ਇਨ ਪੰਚਨ ਮੈਂ ਮੇਰੋ ਵਾਸਾ, ਜਦੋਂ ਅਰਦਾਸ ਕਰਨਗੇ ਉਦੋਂ ਉਹਨਾਂ ਦੇ ਵਿੱਚ ਮੈਂ ਵਸਿਆ ਹੋਵਾਂਗਾ। ਇਨ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੂੰ, ਪੂਰਨਤਾ ਹੋਵੇਗੀ, ਪੂਰਨ ਕਰੂੰ ਧਰੋਂ ਜੇ ਆਸਾ। ਜੇ ਕਹਿੰਦੇ ਤੂੰ ਆਪਣੀ ਭਾਵਨਾ ਬਣਾਈ ਤਾਂ ਪੂਰਨ ਹੋਣੀ ਹੈ। ਤੇ ਜੇ ਹੀ ਦੇਖੇ ਗਏ ਵੀ ਗੁਰਸੇਵਕ ਸਿੰਘ ਤਾਂ ਗੁਰਦੁਆਰੇ 2 ਰੋਟੀਆਂ ਖਾਂਦਾ ਵੀ ਇਹ ਤਾਂ 5 ਬਲੇਟ ਗਿਆ, ਵੀ ਤੇ ਪੰਗਾ ਹੀ ਲੈ ਲਿਆ ਘਰੇ ਬੁਲਾ ਕੇ। ਆਖੋ ਸਤਨਾਮ। ਫੇਰ ਨਹੀਂ, ਜੇ ਰੋਟੀਆਂ ਹੀ ਗਿਣਦੇ ਰਹੇ ਆਪਾਂ ਫੇਰ ਨਹੀਂ। ਰਹਿਤਨਾਮੇ ਕੀ ਕਹਿ ਰਹੇ ਨੇ? ਪੂਰਨ ਕਰੋ ਧਰੋਂ ਜੇ ਆਸਾ। ਕਬੀਰ ਸੰਤਨ ਕੀ ਝੁੰਗੀਆ ਭਲੀ। ਕਹਿੰਦੇ ਇੱਕ ਗੁਰਮੁਖ ਜਨ ਨਾਮ ਜਪਣ ਵਾਲੇ ਦੀ ਕਹਿੰਦੇ ਜਿਹੜੀ ਝੁੱਗੀ ਹੈ ਉਹ ਬਹੁਤ ਹੀ ਮਹਾਨ ਹੈ। ਤੇ ਇੱਕ ਹੰਕਾਰੀ ਬੰਦਾ, ਖੋਟਾ ਪੁਰਸ਼, ਉਹਦਾ ਸ਼ਹਿਰ ਭਾਵੇਂ ਜਗਮਗ ਜਗਮਗ ਕਰਦਾ ਹੋਵੇ, ਕਹਿੰਦੇ ਉਹ ਝੁੱਗੀ ਦੀ ਬਰਾਬਰੀ ਨਹੀਂ ਕਰ ਸਕਦਾ। ਕਿੰਨੇ ਪਿਆਰੇ ਬਚਨ ਨੇ। ਆਗ ਲਗੋ ਤੇ ਧੌਲ ਹਰ। ਆਗ ਲਗੋ ਲਫ਼ਜ਼ ਪਤਾ ਕਿਉਂ ਵਰਤੇ ਨੇ? ਪਿੰਡਾਂ 'ਚੋਂ ਆਪਾਂ ਆਏ ਹਾਂ, ਜਦੋਂ ਵੇਖੋ ਕਿਸੇ ਕੰਮ ਤੋਂ ਆਪਾਂ ਅੱਕ ਜਾਈਏ ਵੀ ਇਸ ਕੰਮ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਜਾਂ ਇਹ ਬੰਦਾ ਠੀਕ ਨਹੀਂ ਹੈ, ਤੇ ਆਪਾਂ ਇੱਕਦਮ ਇਹ ਲਫ਼ਜ਼ ਵਰਤ ਦਿੰਦੇ ਹਾਂ। ਜਦੋਂ ਕੰਮ ਕੋਈ ਸਿਰੇ ਨਾ ਚੜੇ ਆਪਾਂ ਕਹਿੰਦੇ ਅੱਗ ਲੱਗੇ ਪਰਾਂ। ਬੀਬੀਆਂ ਵੀ ਇਹ ਲਫ਼ਜ਼ ਵਰਤ ਦਿੰਦੀਆਂ ਨੇ। ਪਿੰਡਾਂ 'ਚੋਂ ਆਪਾਂ ਆਏ, ਕੋਈ ਕੰਮ ਨਾ ਸਿਰੇ ਚੜੇ, ਮੱਝ ਦੁੱਧ ਨਾ ਦਵੇ, ਪੱਠੇ ਨਾ ਪੈਣ, ਅੱਗ ਲੱਗੇ ਪਰਾਂ। ਬਸ ਇਹੀ ਬਚਨ ਕਬੀਰ ਸਾਹਿਬ ਜੀ ਕਹਿੰਦੇ ਨੇ। ਕਹਿਣ ਲੱਗੇ ਆਗ ਲੱਗੋ ਤੇ ਧੌਲ ਹਰ। ਕਹਿੰਦੇ ਅੱਗ ਲੱਗੇ ਇਹੋ ਜੇ ਮਹਿਲਾਂ ਨੂੰ। ਕਿਉਂ ਲੱਗੇ ਬਈ? ਕਹਿੰਦੇ ਜੇ ਨਾਹੀ ਹਰਕੋ ਨਾਓ। ਵੇਖੋ ਸਪਸ਼ਟ ਕਰ ਦਿੱਤੀ ਗੱਲ। ਕਹਿੰਦੇ ਇਹੋ ਜੇ ਮਹਿਲਾਂ ਤੋਂ ਮੈਂ ਕੀ ਲੈਣਾ, ਅੱਗ ਲੱਗੇ ਪਰਾਂ। ਕਹਿੰਦੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ। ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ
ਆਗ ਲੱਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਉ। ਕਹਿੰਦੇ ਜਿਸ ਘਰ ਦੇ ਵਿੱਚ, ਉਦਾਹਰਨ ਬਾਹਰਲੇ ਘਰ ਦੀ ਹੈ, ਪਰ ਗੱਲ ਅੰਦਰਲੇ ਹਿਰਦੇ ਰੂਪ ਘਰ ਦੀ ਹੋ ਰਹੀ ਹੈ। ਇੱਕ ਬਾਹਰਲੇ ਘਰ ਦੀ ਉਦਾਹਰਨ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਹੁਤ ਮਹਾਨ ਹੈ। ਤੁਸੀਂ ਕਦੀ ਧਿਆਨ ਦੇ ਨਾਲ ਜਦੋਂ ਬਾਣੀ ਨੂੰ ਆਪਾਂ ਪੜ੍ਹਦੇ ਆ ਨਾ, ਵੇਖੋ ਬੱਚੇ ਨਾਲ ਤੁਸੀਂ ਜੇ ਪਿਆਰ ਕਰੋ, ਬੱਚਾ ਤੁਹਾਡੇ ਵੱਲ ਭੱਜਿਆ ਹੀ ਆਉਂਦਾ। ਇੱਥੇ ਕਈ ਬੱਚੇ ਜਿਨ੍ਹਾਂ ਨੂੰ ਮੈਂ ਜੋ ਕੋਲੇ ਬੁਲਾਉਣਾ ਨਾ, ਉਹ ਜਦੋਂ ਮੈਨੂੰ ਦੇਖਦੇ ਮੇਰੇ ਵੱਲ ਭੱਜੇ ਆਉਂਦੇ। ਬੱਚੇ ਤੁਹਾਡੀ ਅੱਖਾਂ ਦੀ ਘੂਰੀ ਵੀ ਪਹਿਚਾਣਦੇ ਨੇ। ਬੱਚੇ ਭਾਵੇਂ ਤੁਹਾਡਾ ਨਾਮ ਨਹੀਂ ਜਾਣਦੇ, ਜਦੋਂ ਬੱਚਿਆਂ ਨੂੰ ਤੁਸੀਂ ਪਿਆਰ ਕਰਦੇ ਹੋ, ਬੱਚੇ ਤੁਹਾਡੇ ਵੱਲ ਆਪਣੇ ਆਪ ਆਉਂਦੇ ਨੇ। ਇਸੇ ਤਰ੍ਹਾਂ ਜਦੋਂ ਤੁਸੀਂ ਗੁਰਬਾਣੀ ਨੂੰ ਪਿਆਰ ਕਰਦੇ ਹੋ ਨਾ, ਪਿਆਰ ਨਾਲ ਜਦੋਂ ਪੜ੍ਹਦੇ ਹੋ, ਫਿਰ ਗੁਰਬਾਣੀ ਦੇ ਅਰਥ, ਗੁਰਬਾਣੀ ਦੀ ਸਮਝ ਆਪਣੇ ਆਪ ਹੀ ਅੰਦਰੋਂ ਅਰਥ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਆਗ ਲੱਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਉ। ਜਿਸ ਹਿਰਦੇ ਰੂਪ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਕਹਿੰਦੇ ਉਸ ਹਿਰਦੇ ਰੂਪ ਘਰ ਤੋਂ ਫਿਰ ਮੈਂ ਕੀ ਲੈਣਾ। ਕਹਿੰਦੇ ਆਗ ਲੱਗੋ। ਭਾਵੇਂ ਉਹ ਬਾਹਰਲਾ ਘਰ ਜਿੰਨਾ ਮਰਜੀ ਕਾਰੋਬਾਰ ਸੋਹਣਾ ਹੋਵੇ। ਇੱਕ ਉਦਾਹਰਨ ਦਿੱਤੀ ਹੈ ਕਿ ਬੰਦਿਆ ਤੂੰ ਸੋਹਣੇ ਮਹਿਲਾਂ ਵਿੱਚ, ਸੋਹਣੇ ਘਰਾਂ ਦੇ ਵਿੱਚ, ਸੋਹਣੇ ਦੇਸ਼ਾਂ ਦੇ ਵਿੱਚ ਰਹਿ ਕੇ ਵੇਖੋ ਇਹ ਮੁਲਕ ਕਿੰਨੇ ਵਧੀਆ ਮੁਲਕ ਨੇ। ਇਹ ਸਾਡੇ ਨਾਲ ਕੋਈ ਸ਼ਰਤ ਨਹੀਂ ਰੱਖਦੇ ਕਿ ਅਸੀਂ ਤੁਹਾਨੂੰ ਪੱਕੇ ਤਾਂ ਕਰਾਂਗੇ, ਗ੍ਰੀਨ ਕਾਰਡ ਤਾਂ ਦੇਵਾਂਗੇ ਕਿ ਤੁਸੀਂ ਸਾਡੇ ਧਰਮ ਨੂੰ ਅਪਣਾਓ। ਇਹ ਨਹੀਂ ਕਹਿੰਦੇ ਤੁਸੀਂ ਸਾਡੀਆਂ ਚਰਚਾਂ ਵਿੱਚ ਆਓ, ਜਾਂ ਇਹ ਨਹੀਂ ਕਹਿੰਦੇ ਤੁਸੀਂ ਆਪਣਾ ਧਰਮ ਤਬਦੀਲ ਕਰੋ। ਕੋਈ ਕਿਸੇ ਪ੍ਰਕਾਰ ਦੀ ਸ਼ਰਤ ਨਹੀਂ ਰੱਖਦੇ, ਸਗੋਂ ਤੁਹਾਨੂੰ ਆਪਣੇ ਮੁਲਕ ਵਿੱਚ ਰਹਿਣ ਲਈ ਗੁਰਦੁਆਰਾ ਬਣਾਉਣ ਦੀ, ਮਸਜਿਦ, ਮੰਦਿਰ ਸਭ ਕੁਝ ਬਣਾਉਣ ਦੀ ਇਜਾਜ਼ਤ ਦਿੰਦੇ ਨੇ। ਆਪਣੇ ਨਾਲ ਦੀਆਂ ਬਰਾਬਰ ਦੀਆਂ ਸੁੱਖ ਸਹੂਲਤਾਂ ਤੁਹਾਨੂੰ ਦਿੰਦੇ ਨੇ, ਜਿਹੜੀਆਂ ਸਹੂਲਤਾਂ ਲੱਭਣ ਲਈ ਆਪਾਂ ਪੰਜਾਬ ਦੀ ਧਰਤੀ ਤੇ ਇੰਡੀਆ ਦੇ ਵਿੱਚ ਕਿੰਨੀ ਜੱਦੋ-ਜਹਿਦ ਕਰਦੇ ਹਾਂ, ਤੇ ਇਹ ਸਾਨੂੰ ਆਪਣੇ ਆਪ ਹੀ ਦੇ ਰਹੇ ਨੇ। ਤੇ ਫਿਰ ਇਸ ਮੁਲਕ ਦੇ ਵਿੱਚ ਰਹਿ ਕੇ ਉਸ ਮਾਲਕ ਦਾ ਆਪਾਂ ਕੋਟਾਨ ਕੋਟ ਸ਼ੁਕਰਾਨਾ ਕਰੀਏ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਆਪਾਂ ਹੋਰ ਵੀ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ। ਸੋ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਜੋ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਜਿਹੜੀ ਪੌਲ ਹੈ 15 ਤਰੀਕ ਨੂੰ, ਜੋ ਭਾਈ ਸਾਹਿਬ ਜੀ ਆਪ ਜੀ ਨੂੰ ਸਭ ਕੁਝ ਅਨਾਉਂਸਮੈਂਟ ਰਾਹੀਂ ਬਿਆਨ ਕਰਨਗੇ, ਦੱਸਣਗੇ, ਉਹ ਆਪਾਂ ਸਾਰੇ ਇਹਨਾਂ ਤੋਂ ਜੋ ਅਗਲਾ ਪ੍ਰੋਗਰਾਮ ਹੈ ਸਰਵਣ ਕਰੀਏ ਜੀ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਔਗੁਣ ਨਾ ਚਿਤਾਰਨੇ, ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਭਾਈ ਜਗਮੋਹਨ ਗੁਰਸੇਵਕ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਬੀਬੀ ਨਵਨੀਤ ਕੌਰ ਜੀ ਆਪ ਸੰਗਤਾਂ ਨੂੰ 8:40 ਤੱਕ ਸ਼ਬਦ ਕੀਰਤਨ ਸਰਵਣ ਕਰਵਾਉਣਗੇ ਜੀ। ਜਦ ਤੱਕ ਉਹ ਸਟੇਜ ਉੱਪਰ ਆਉਂਦੇ ਹਨ, ਮੈਂ ਇੱਕ ਦੋ ਬੇਨਤੀਆਂ ਕਰ ਦੇਵਾਂ। ਪਾਰਕਿੰਗ ਜੋ ਨਗਰ ਕੀਰਤਨ ਦੀ ਹੈ ਉਹ ਚਾਟਰਵੇ ਆ, ਜਿਹੜੀ ਪਹਿਲੇ ਚਾਟਰਵੇ ਨਾ ਹੁੰਦਾ ਸੀ ਤੇ ਇੱਧਰ ਨੂੰ ਲੈਫਟ ਨੂੰ ਜਾਵਾਂਗੇ, ਮੈਰੀਪੋਸਾ ਦੇ ਰਾਈਟ ਕਰਕੇ ਤੇ ਪੁਰਾਣਾ ਕੇ-ਮਾਰਟ ਜਿਹੜਾ ਬੰਦ ਹੋਇਆ ਉੱਥੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਨਾਲ ਹੀ ਨਗਰ ਕੀਰਤਨ ਦੀ ਸਾਰੀ ਪਾਰਕਿੰਗ ਉੱਥੇ ਹੋਏਗੀ ਜੀ। ਬਾਕੀ ਸਿਕਿਉਰਿਟੀ ਦਾ ਵੀ ਬਹੁਤ ਟਾਈਟ ਪ੍ਰਬੰਧ ਕੀਤਾ ਗਿਆ ਹੈ। ਬਾਹਰ ਜੋ ਗੇਟ ਤੇ ਇੱਕ ਗੱਡੀ ਖੜੀ ਆ, ਉਹਦੇ ਨਾਲ ਲਾਈਵ FBI ਵਾਲੇ ਜਾਂ ਆਪਣੇ ਲੋਕਲ ਪੁਲਿਸ ਤੇ ਉੱਥੋਂ ਹੁਣ ਵੀ ਵਾਚ ਕਰ ਰਹੇ ਆ। ਐਵਰੀਥਿੰਗ ਉਹ ਰਿਕਾਰਡ ਨਹੀਂ ਕਰ ਰਹੇ, ਵਾਚ ਕਰ ਰਹੇ ਆ। ਤੇ ਇੱਕ ਦੋ ਦਿਨਾਂ ਤੱਕ ਸ਼ਾਇਦ ਹੋਰ ਵੀ ਪ੍ਰਬੰਧ ਕਰਾਂਗੇ। ਉਹ ਆਪਣਾ ਡਰੋਨ ਵੀ